ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਤੇ ਠੀਕ ਠਾਕ ਹੋਵੋਗੇ ਅਤੇ ਤੁਹਾਡੇ ਆਪਣੇ ਪੀਐਸਟੈਟ ਜਾਂ ਸੀਟੈਟ ਦੇ ਪੇਪਰ ਦੀ ਤਿਆਰੀ ਵਧੀਆ ਜਾ ਰਹੀ ਹੋਏਗੀ। ਸੋ ਅੱਜ ਦੀ ਅਸੀਂ ਇਸ ਕਲਾਸ ਦੇ ਵਿੱਚ ਮੈਥ ਨੂੰ ਕੰਟੀਨਿਊ ਕਰਾਂਗੇ। ਸੋ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਅਸੀਂ ਆਪਣੇ 10 ਪਾਰਟ ਮੈਥਮੈਟਿਕਸ ਤੇ ਕਵਰ ਕਰ ਚੁੱਕੇ ਹਾਂ ਜੀ। ਤੇ ਇਹ ਜੋ ਅੱਜ ਸਾਡਾ ਪਾਰਟ ਹੈ ਜੋ ਕਿ ਅਲਜਬਰਿਕ ਐਕਸਪ੍ਰੈਸ਼ਨ ਦੇ ਉੱਪਰ ਹੈ, ਬੀਜਗਣਿਤ ਵਿਅੰਜਕ ਦੇ ਉੱਪਰ ਹੈ। ਇਹ ਸਾਡਾ ਪਾਰਟ ਨੰਬਰ 11 ਹੈ। ਅਗਰ ਤੁਸੀਂ ਪਹਿਲਾਂ ਵਾਲੇ 10 ਪਾਰਟ ਜੋ ਕਿ ਪ੍ਰੋਪਰ ਸਿਸਟਮੈਟਿਕ ਵੇ ਨਾਲ ਬਣੇ ਨੇ, ਅਗਰ ਤੁਸੀਂ ਉਹ ਨਹੀਂ ਦੇਖੇ ਤਾਂ ਉੱਪਰ ਆਈ ਬਟਨ ਤੇ ਪਲੇਲਿਸਟ ਦਾ ਲਿੰਕ ਆ ਰਿਹਾ ਹੋਏਗਾ, ਉਹ ਤੁਸੀਂ ਦੇਖ ਸਕਦੇ ਹੋ। ਸੋ ਅੱਜ ਅਸੀਂ ਬੜਾ ਹੀ ਇੰਪੋਰਟੈਂਟ ਜਿਹੜਾ ਟੌਪਿਕ ਕਵਰ ਕਰਨ ਜਾ ਰਹੇ ਹਾਂ ਅਲਜਬਰਿਕ ਐਕਸਪ੍ਰੈਸ਼ਨ ਦਾ। ਅਗਰ ਮੈਂ ਰੀਸੈਂਟਲੀ ਦੱਸਾਂ ਕਿ ਵੈਸੇ ਅਲਜਬਰਾ ਦੇਖੋ ਆਪਣੇ ਆਪ ਦੇ ਵਿੱਚ ਮੈਥ ਦੇ ਵਿੱਚ ਕਾਫੀ ਵੱਡੀ ਟਰਮ ਹੈ। ਮੇ ਬੀ ਸਾਰੇ ਤੁਸੀਂ ਇਸ ਗੱਲ ਤੋਂ ਅਵੇਅਰ ਹੋਵੋਗੇ। ਸੋ ਇਸ ਵੀਡੀਓ ਦੇ ਵਿੱਚ ਅਸੀਂ ਉਹਦਾ ਕੁਝ ਕੁ ਪਾਰਟ ਜਿਹੜਾ ਹੈਗਾ ਉਹ ਕੰਟੀਨਿਊ ਕਰਾਂਗੇ। ਸੋ ਦੋ ਪਾਰਟ ਦੇ ਵਿੱਚ ਅਸੀਂ ਜੋ ਵਿਅੰਜਕ ਵਾਲਾ ਟੌਪਿਕ ਹੈ, ਅਲਜਬਰਿਕ ਐਕਸਪ੍ਰੈਸ਼ਨ ਦਾ ਟੌਪਿਕ ਹੈ, ਆਪਣੇ ਸਿਲੇਬਸ ਦੇ ਅਕੋਰਡਿੰਗ ਉਹਨੂੰ ਅਸੀਂ ਕੰਪਲੀਟ ਕਰ ਦਿਆਂਗੇ। ਅਗਰ ਤੁਸੀਂ 2023 ਵਾਲਾ ਪੇਪਰ ਚੱਕ ਕੇ ਦੇਖੋ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਜੋ ਕਿ ਅਲਜਬਰਿਕ ਐਕਸਪ੍ਰੈਸ਼ਨ ਨਾਲ ਰਿਲੇਟਡ ਸੀਗੇ, 4 ਕੁਐਸਚਨ ਆਏ ਸੀ ਜੀ। ਸੋ ਬੜਾ ਇੰਪੋਰਟੈਂਟ ਜਿਹੜਾ ਪਾਰਟ ਹੈਗਾ। ਸੋ ਇਹ ਵੀ ਨਹੀਂ ਕਿ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਆਏ ਸੀ, ਜਿੰਨਾ ਕਿ ਆਪਣਾ 6th to 8th ਕਲਾਸ ਤੱਕ ਦਾ ਲੈਵਲ ਹੈ ਉਹਦੇ ਅਕੋਰਡਿੰਗ ਹੀ ਆਏ ਹੋਏ ਨੇ। ਸੋ ਇਹਨਾਂ ਦੇ ਵਿੱਚੋਂ ਅਸੀਂ 2 ਕੁਐਸਚਨ ਇਸੇ ਕਲਾਸ ਦੇ ਵਿੱਚ ਡਿਸਕਸ ਕਰਾਂਗੇ। ਦੈਟਸ ਵਾਈ ਇਹ ਕਲਾਸ ਬਹੁਤ ਇੰਪੋਰਟੈਂਟ ਹੈ, ਕਿਉਂਕਿ ਅਪਕਮਿੰਗ ਐਗਜ਼ਾਮ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੇ ਕੁਐਸਚਨ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ। ਸੋ ਇਸ ਤੋਂ ਪਹਿਲਾਂ ਮੈਂ ਦੱਸ ਦਿਆਂ ਸਟਾਰਟ ਕਰਨ ਤੋਂ ਪਹਿਲਾਂ ਕਿ ਆਪਣਾ ਸੀਡੀਪੀ, ਇਸ ਸੀਡੀਪੀ ਤੋਂ ਬਾਅਦ ਜੀ ਇੰਗਲਿਸ਼ ਪੈਡਾਗੋਜੀ, ਠੀਕ ਹੈ, ਸਾਰੇ ਜੋ ਹੈਗੇ ਨੇ ਈਵੀਐਸ ਵੀ ਈਵਨ ਕੇ ਉਹਦੇ ਵੀ 11 ਪਾਰਟ ਹੋ ਚੁੱਕੇ ਨੇ ਆਪਣੇ ਈਵੀਐਸ ਦੇ। ਸੀਡੀਪੀ ਆਪਣੀ ਕੰਪਲੀਟ ਹੈ, ਐਮਸੀਕਿਊ ਆਪਣੇ ਚੱਲ ਰਹੇ ਨੇ, 2-3 ਕਲਾसेस ਹੋ ਗਈਆਂ ਐਮਸੀਕਿਊ ਦੀਆਂ। ਸੋ ਇਹ ਸਾਰਾ ਕੁਝ ਬਿਲਕੁਲ ਫ੍ਰੀ ਆਫ ਕਾਸਟ ਇਸ ਚੈਨਲ ਤੇ ਉਪਲਬਧ ਹੈ। ਸੋ ਜੋ ਵੀ ਪਰਸਨ ਜਾਂ ਜੋ ਵੀ ਸਾਥੀ ਡਾਇਰੈਕਟ ਇਹ ਵੀਡੀਓ ਦੇਖ ਰਿਹਾ ਉਹਨਾਂ ਨੇ ਚੈਨਲ ਹਾਲੇ ਨਹੀਂ ਦੇਖਿਆ ਤਾਂ ਜਰੂਰ ਇੱਕ ਵਾਰ ਦੇਖੋ, ਕਿਉਂਕਿ ਪੇਪਰ ਦੇ ਵਿੱਚ ਬਹੁਤ ਥੋੜਾ ਸਮਾਂ ਬਚਿਆ ਹੈਗਾ। ਸੋ ਆਪਣੀ ਤਿਆਰੀ ਨੂੰ ਥੋੜਾ ਪੇਸਅਪ ਕਰੋ ਜੀ, ਠੀਕ ਹੈ, ਕਿਉਂਕਿ ਉਸ ਤੋਂ ਬਾਅਦ ਥੋੜੀ ਬਹੁਤੀ ਰਿਵੀਜ਼ਨ ਵੀ ਤੁਹਾਨੂੰ ਚਾਹੀਦੀ ਹੁੰਦੀ ਹੈ। ਚਲੋ ਹੁਣ ਸਟਾਰਟ ਕਰਦੇ ਹਾਂ ਆਪਾਂ ਅਲਜਬਰਿਕ ਐਕਸਪ੍ਰੈਸ਼ਨ ਦੇ ਬਾਰੇ, ਬੀਜਗਣਿਤਿਕ ਵਿਅੰਜਕ ਦੇ ਬਾਰੇ। ਸੋ ਪਹਿਲਾਂ ਵਿਅੰਜਕ ਕੀ ਹੁੰਦਾ ਹੈ ਨਾ, ਅਲਜਬਰਾ ਦਾ ਮੈਂ ਤੁਹਾਨੂੰ ਆਪਣੇ ਆਪ 'ਚ ਹੀ ਦੱਸਦਾ ਕਿ ਕਾਫੀ ਵੱਡੀ ਟਰਮ ਹੈ ਨਾ। ਸੋ ਵਿਅੰਜਕ ਤੇ ਸਾਡਾ ਮੇਨ ਫੋਕਸ ਰਹੂਗਾ। ਸੋ ਵਿਅੰਜਕ ਸਮਝਣ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਕੁਝ ਕੁ ਟਰਮ ਸਾਡੇ ਕੋਲ ਆਉਂਦੀਆਂ ਨੇ। ਇੱਕ ਹੈ ਜੀ ਕਾਂਸਟੈਂਟ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਬੋਲਦੇ ਹਾਂ ਅਚਲ। ਪਹਿਲਾਂ ਇਹ ਸਮਝੋ ਕਿ ਅਚਲ ਕੀ ਹੁੰਦਾ ਗਾ। ਸੋ ਕੋਈ ਵੀ ਇਦਾਂ ਦੀ ਟਰਮ ਹੈ ਨਾ, ਕੋਈ ਵੀ ਅੰਕ ਜਾਂ ਕੋਈ ਵੀ ਸੰਖਿਆ, ਜਿਵੇਂ ਮੈਂ ਲਿਖ ਰਿਹਾ 7 5 12 ਇਦਾਂ ਦੇ, ਜਿਹਦੇ ਵਿੱਚ ਕੋਈ ਵੀ ਵੇਰੀਏਬਲ ਨਾ ਹੋਵੇ, ਮਤਲਬ ਅੰਕ ਜਾਂ ਕੋਈ ਸੰਖਿਆ ਹੋਵੇ, ਉਹਨੂੰ ਅਸੀਂ ਇੱਥੇ ਬੋਲਾਂਗੇ ਅਚਲ ਜਾਂ ਕਹ ਲਓ ਕਾਂਸਟੈਂਟ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਵੇਰੀਏਬਲ ਦੀ। ਵੇਰੀਏਬਲ ਨੂੰ ਅਸੀਂ ਬੋਲਦੇ ਹਾਂ ਚਲ। ਸੋ ਕਾਂਸਟੈਂਟ ਨੂੰ ਬੋਲਦੇ ਸੀ ਅਚਲ ਆੜੇ ਦੇ ਨਾਲ, ਵੇਰੀਏਬਲ ਨੂੰ ਅਸੀਂ ਬੋਲਾਂਗੇ ਚਲ। ਸੋ ਵੇਰੀਏਬਲ ਕੀ ਹੋ ਸਕਦੇ ਨੇ ਇੱਥੇ, ਜਿਸ ਤਰ੍ਹਾਂ ਅਸੀਂ ਪਹਿਲਾਂ ਸਮੀਕਰਨਾਂ ਵੀ ਦੇਖੀਆਂ, ਉਹਦੇ ਵਿੱਚ ਐਕਸ ਵਾਈ ਜ਼ੈਡ ਹੈ ਨਾ, ਕਾਫੀ ਕੁਝ ਅਸੀਂ ਪੜ੍ਹਿਆ। ਸੋ ਐਕਸ ਵਾਈ ਜ਼ੈਡ ਐਮ ਐਨ, ਠੀਕ ਹੈ, ਪੀ, ਕੁਝ ਵੀ ਲਾ ਲਓ, ਇੱਥੇ ਮੈਂ ਐਟਸੈਟਰਾ ਲਿਖ ਦੇਣਾ ਈਟੀਸੀ। ਸੋ ਕੁਝ ਵੀ ਇਦਾਂ ਦੀਆਂ ਟਰਮਸ ਆਪਾਂ ਨੂੰ ਮਿਲਣਗੀਆਂ ਜਿਨ੍ਹਾਂ ਨੂੰ ਅਸੀਂ ਬੋਲਾਂਗੇ ਜੀ ਚਲ ਜਾਂ ਕਹ ਲਓ ਵੇਰੀਏਬਲ। ਸੋ ਹੋਪਫੁਲੀ ਤੁਸੀਂ ਅਚਲ ਅਤੇ ਚਲ ਦੇ ਬਾਰੇ ਸਮਝ ਕੇ ਹੋਵੋਗੇ, ਕਿਉਂਕਿ ਵਿਅੰਜਕਾਂ ਨੂੰ ਪੜ੍ਹਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਚਲ ਤੇ ਅਚਲ ਕੀ ਹੁੰਦੇ ਨੇ। ਇਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਟਰਮ ਦੀ, ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਬੋਲਾਂਗੇ ਪਦ। ਸੋ ਟਰਮ ਕੀ ਹੁੰਦੀਆਂ ਨੇ, ਸੋ ਇੱਥੇ ਮੇਰੀ ਗੱਲ ਨੂੰ ਥੋੜਾ ਜਿਹਾ ਧਿਆਨ ਨਾਲ ਸੁਣਿਓ ਤੇ ਸਮਝਿਓ ਤੇ ਲਿਖਿਓ। ਸੋ ਜੋ ਟਰਮ ਹੁੰਦੀਆਂ ਨੇ ਜੀ, ਇਹ ਕੋਈ ਕੱਲਾ ਅਚਲ ਵੀ ਹੋ ਸਕਦਾ ਹੈ, ਜਿਵੇਂ 7 3 ਇਸ ਤਰੀਕੇ ਨਾਲ। ਜਿਹੜੀ ਟਰਮ ਹੈ ਉਹ ਕੋਈ ਕੱਲਾ ਚੱਲ ਵੀ ਹੋ ਸਕਦਾ ਹੈ, ਜਿਸ ਤਰੀਕੇ ਨਾਲ ਐਕਸ ਵਾਈ, ਠੀਕ ਹੈ, ਜਾਂ ਕਹਿ ਲਓ ਚੱਲ ਅਤੇ ਅਚਲ ਨੂੰ ਮਿਲਾ ਕੇ ਵੀ ਟਰਮ ਬਣ ਸਕਦੀ ਹੈ, ਜਿਸ ਤਰੀਕੇ ਨਾਲ ਅਸੀਂ ਸਮੀਕਰਨਾਂ ਦੇ ਵਿੱਚ ਲਿਖਿਆ ਦੇਖਿਆ, ਜਿਵੇਂ 3x ਅਸੀਂ ਪੜ੍ਹਿਆ, ਠੀਕ ਹੈ ਜੀ। 3x ਤੋਂ ਬਾਅਦ ਅਸੀਂ ਪੜ੍ਹਿਆ ਮੰਨ ਲਓ 4y ਆ ਗਿਆ, 5z ਆ ਗਿਆ, ਠੀਕ ਹੈ। ਸੋ ਇਹਦੇ ਵਿੱਚ ਇਹ ਦੋਨੋਂ ਚੀਜ਼ਾਂ ਮਿਲੀਆਂ ਹੋਈਆਂ ਨੇ। ਸੋ ਇਹਦੇ ਵਿੱਚ ਚੱਲ ਵੀ ਹੈਗਾ, ਅਚਲ ਵੀ ਹੈਗਾ। ਸੋ ਜੋ ਟਰਮ ਹੈ ਦੇਖੋ, ਉਹ ਕੱਲੇ ਚੱਲ ਤੋਂ ਵੀ ਬਣ ਸਕਦੀ ਹੈ, ਅਚਲ ਤੋਂ ਵੀ ਬਣ ਸਕਦੀ ਹੈ, ਜਾਂ ਕਹ ਲਓ ਦੋਵਾਂ ਦੇ ਮਿਸ਼ਰਣ ਤੋਂ ਵੀ ਬਣ ਸਕਦੀ ਹੈ, ਮਤਲਬ ਜਿਹਦੇ ਵਿੱਚ ਦੋਨੇ ਹੋਣ, ਚੱਲ ਵੀ ਹੋਵੇ ਤੇ ਚੱਲ ਵੀ ਹੋਵੇ। ਸੋ ਕਈ ਵਾਰ ਇਹ ਬਟਿਆਂ ਦੇ ਵਿੱਚ ਵੀ ਹੋ ਸਕਦੀ ਹੈ ਜੀ ਟਰਮ, ਜਿਵੇਂ 5/t ਲਿਖ ਸਕਦਾ ਮੈਂ, ਹੈ ਨਾ, 5/x ਲਿਖ ਦਿਓ, ਕੁਝ ਵੀ ਲਿਖ ਦਿਓ। ਸੋ ਇਹਨਾਂ ਨੂੰ ਬੋਲਾਂਗੇ ਅਸੀਂ ਟਰਮਸ ਜਾਂ ਕਹ ਲਓ ਪਦ। ਸੋ ਤਿੰਨਾਂ ਨੂੰ ਪਹਿਲਾਂ ਸਮਝੋ, ਚੱਲ ਕੀ ਹੁੰਦਾ, ਅਚਲ ਕੀ ਹੁੰਦਾ, ਤੇ ਉਸ ਤੋਂ ਬਾਅਦ ਫਿਰ ਦੋਨਾਂ ਤੋਂ ਕੀ ਬਣ ਸਕਦੀ ਹੈ, ਟਰਮ ਜਾਂ ਕਹ ਲਓ ਪਦ। ਹੁਣ ਜੋ ਵਿਅੰਜਕ ਹੈ, ਮੈਂ ਉੱਥੇ ਕਹਾਣੀ ਲੈ ਕੇ ਆਉਣਾਗਾ। ਸੋ ਵਿਅੰਜਕ ਕੀ ਹੁੰਦੇ ਨੇ ਜੀ, ਪਦਾਂ ਦੇ ਸੁਮੇਲ ਨੂੰ ਵਿਅੰਜਕ ਬੋਲਦੇ ਹਾਂ ਅਸੀਂ,
ਠੀਕ ਹੈ, ਪਦਾਂ ਦੇ ਸੁਮੇਲ ਤੋਂ ਕੀ ਬਣਦੇ ਨੇ, ਮਤਲਬ ਟਰਮਾਂ ਨੂੰ ਜਦੋਂ ਅਸੀਂ ਵਿੱਚ ਜੋੜ ਜਾਂ ਘਟਾਓ ਲਾ ਕੇ ਹਨਾ ਟਰਮਾਂ ਲਿਖਦੇ ਆ, ਜਿਸ ਤਰੀਕੇ ਨਾਲ ਮੈਂ ਫੋਰ ਐਗਜ਼ਾਮਪਲ ਆਪਾਂ ਇਦਾਂ ਲਿਖ ਲੈਂਦੇ ਹਾਂ ਥੋੜਾ ਸਕੈਚ ਚੇਂਜ ਕਰਕੇ। ਜਿਵੇਂ ਮੈਂ ਇੱਥੋਂ ਦੇਖੋ ਕੀ ਲੈ ਲਿਆ, ਮੈਂ ਇੱਥੋਂ 3x ਲੈ ਲਿਆ ਹਨਾ, ਮੈਂ ਇੱਕ ਟਰਮ ਲਿਖ ਲਈ 3x, ਉਸ ਤੋਂ ਬਾਅਦ ਮੈਂ ਵਿੱਚ ਪਾਤਾ ਜੀ ਜੋੜ ਦਾ ਨਿਸ਼ਾਨ, ਠੀਕ ਹੈ, ਫਿਰ ਮੈਂ ਕਿਹੜੀ ਟਰਮ ਲਿਖ ਲਈ 7, ਸੋ 3x ਜੋੜ 7, ਸੋ ਇਹਦੇ ਵਿੱਚ ਕਿੰਨੇ ਪਦ ਆ ਗਏ, ਕਿੰਨੀਆਂ ਟਰਮਸ ਆ ਗਈਆਂ, 2 ਆ ਗਈਆਂ ਨਾ, ਇੱਕ ਤਾਂ 3x ਆ ਗਿਆ, ਇੱਕ 7 ਆ ਗਿਆ। ਸੋ ਜਦੋਂ ਅਸੀਂ ਇਦਾਂ ਟਰਮਸ ਨੂੰ ਜੋੜ ਦਿੰਨੇ ਆ, ਜਦੋਂ ਅਸੀਂ ਟਰਮਸ ਜਾਂ ਪਦਾਂ ਨੂੰ ਜੋੜ ਦਿੰਨੇ ਆ, ਤਾਂ ਮੇਰੇ ਕੋਲ ਕੀ ਤਿਆਰ ਹੋ ਜਾਊਗਾ ਜੀ, ਵਿਅੰਜਕ, ਇਹਨੂੰ ਮੈਂ ਬੋਲੂੰਗਾ ਵਿਅੰਜਕ। ਸੋ ਪਦਾਂ ਦੇ ਸੁਮੇਲ ਤੋਂ ਬਣਦਾ ਵਿਅੰਜਕ। ਸੋ ਇਦਾਂ ਵੀ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਥਿਓਰੈਟੀਕਲ ਆ ਸਕਦਾ ਹੈਗਾ। ਸੋ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਅੱਧਾ ਹੋਰ ਵਿਅੰਜਕ ਇੱਥੇ ਤਿਆਰ ਕਰਕੇ ਦਿਖਾ ਦਿੰਦਾ, ਜਿਸ ਤਰੀਕੇ ਨਾਲ ਮੈਂ ਲਿਖ ਲਿਆ, ਮੰਨ ਲਓ 3x ਹੀ ਦੁਬਾਰਾ ਲਿਖ ਲਿਆ, 3x ਜੋੜ 5y, ਠੀਕ ਹੈ, ਜੋੜ 4, ਵੈਸੇ ਆਪਾਂ ਲਿਖ ਲਿਆ। ਸੋ ਇਹ ਵੀ ਮੇਰਾ ਇੱਕ ਤਰ੍ਹਾਂ ਦਾ ਵਿਅੰਜਕ ਹੈ, ਕਿਉਂਕਿ ਵਿਅੰਜਕ ਦੇ ਵਿੱਚ ਜਿਹੜੇ ਦੋ ਟਰਮਸ ਨੇ ਸਾਡੀਆਂ, 2 ਜਾਂ 2 ਤੋਂ ਵੱਧ ਟਰਮਸ ਨੇ, ਉਹ ਇੱਕ ਦੂਜੇ ਨਾਲ ਜੁੜੀਆਂ ਹੋਣਗੀਆਂ, ਉਹਨਾਂ ਦੇ ਵਿੱਚ ਜੋੜ ਦਾ ਨਿਸ਼ਾਨ ਵੀ ਹੋ ਸਕਦਾ ਹੈ ਜੀ, ਘਟਾਓ ਦਾ ਵੀ ਹੋ ਸਕਦਾ ਹੈ। ਜਿਵੇਂ ਆਪਾਂ ਇੱਕ ਘਟਾਓ ਵਾਲਾ ਲਿਖ ਲੈਂਦੇ ਹਾਂ 4x ਮਾਈਨਸ 7y, ਠੀਕ ਹੈ, ਵੈਸੇ ਮੈਂ ਆਪਣੇ ਕੋਲੋਂ ਬਣਾ ਲਿਖੀ ਜਾਣਾ, ਪਲੱਸ 4z, ਇਸ ਤਰੀਕੇ ਨਾਲ ਮੈਂ ਲਿਖ ਲਿਆ। ਸੋ ਇਹ ਵੀ ਮੇਰਾ ਕੀ ਹੈ, ਇੱਕ ਵਿਅੰਜਕ ਹੈ, ਕਿਉਂਕਿ ਇਹਦੇ ਵਿੱਚ 3 ਟਰਮਸ ਆ ਗਈਆਂ, ਠੀਕ ਹੈ, ਪਹਿਲੀ ਕਿਹੜੀ ਆ ਗਈ 4x, ਫਿਰ ਆ ਗਈ 7y, ਫਿਰ ਆ ਗਈ 4z। ਸੋ ਇਸ ਤਰੀਕੇ ਨਾਲ, ਸੋ ਮੈਂ ਥੋੜਾ ਜਿਹਾ ਰਿਪੀਟ ਕਰ ਦੇਣਾ, ਜ਼ਿਆਦਾ ਨਹੀਂ। ਅਚਲ ਹੁੰਦਾ ਕਾਂਸਟੈਂਟ ਟਰਮ, ਜਿਵੇਂ ਕੋਈ ਵੀ ਅੰਕ ਜਾਂ ਸੰਖਿਆ ਹੋਵੇ, ਜਿਵੇਂ 7 5 12 ਮੈਂ ਲਿਖਿਆ। ਚੱਲ ਹੁੰਦੇ ਨੇ ਜੀ x y z m n o p, ਜੋ ਵੀ ਆਪਾਂ ਨੂੰ ਸਮੀਕਰਨਾਂ ਦੇ ਵਿੱਚ ਪਹਿਲਾਂ ਆਪਾਂ ਪੜ੍ਹੇ ਹੋਏ ਆਉਂਦੇ ਸੀਗੇ। ਸੋ ਟਰਮ ਕੀ ਹੁੰਦੀ ਨੇ, ਕੱਲਾ ਚੱਲ ਜਾਂ ਕੱਲਾ ਚੱਲ ਵੀ ਇੱਕ ਟਰਮ ਬਣਾ ਸਕਦਾ ਹੈ, ਜਾਂ ਟਰਮ ਉਹ ਵੀ ਹੋ ਸਕਦੀ ਹੈ ਜਿਹਦੇ ਵਿੱਚ ਚੱਲ ਵੀ ਹੋਵੇ ਤੇ ਚੱਲ ਵੀ ਹੋਵੇ, ਉਹਨਾਂ ਦੇ ਵਿੱਚ ਗੁਣਾ ਦਾ ਨਿਸ਼ਾਨ ਵੀ ਹੋ ਸਕਦਾ, ਜਿਵੇਂ 3 ਅਤੇ x ਦੇ ਵਿੱਚ ਕੋਈ ਨਿਸ਼ਾਨ ਨਹੀਂ, ਦਾ ਮਤਲਬ ਗੁਣਾਂਗੀ। ਉਹਨਾਂ ਦੇ ਵਿੱਚ ਭਾਗ ਦਾ ਨਿਸ਼ਾਨ ਵੀ ਹੋ ਸਕਦਾ, ਜਿਵੇਂ 5/t। ਸੋ ਇਹ ਸਾਰੀਆਂ ਟਰਮਸ ਨੇ, ਤੇ ਜਦੋਂ ਆਪਾਂ 2 ਜਾਂ 2 ਤੋਂ ਵੱਧ ਟਰਮਸ ਜੋੜ ਦਿੰਨੇ ਆ, ਠੀਕ ਹੈ ਜੀ, ਵਿੱਚ ਜੋੜ ਜਾਂ ਘਟਾਓ ਦਾ ਨਿਸ਼ਾਨ ਆ ਜੇ, ਤਾਂ ਟਰਮਸ ਨੂੰ ਜੋੜ ਕੇ ਬਣਦਾ ਸਾਡਾ ਵਿਅੰਜਕ। ਸੋ ਆਈ ਹੋਪ ਕਿ ਤੁਹਾਨੂੰ ਪੂਰੀ ਸਟੋਰੀ ਜਿਹੜੀ ਹੈਗੀ ਉਹ ਸਮਝ ਆ ਗਈ ਹੋਏਗੀ। ਸੋ ਇੱਥੋਂ ਆਪਾਂ ਨੂੰ ਕੁਐਸਚਨ ਬਣੇ ਹੋਏ ਹੈ, ਲੇਟਰ ਔਨ ਮੈਂ ਉਹ ਸਾਰੇ ਕੁਐਸਚਨ ਪ੍ਰੀਵੀਅਸ ਈਅਰ ਐਗਜ਼ਾਮ ਵਾਲੇ ਵੀ ਤੁਹਾਡੇ ਨਾਲ ਡਿਸਕਸ ਕਰਾਂਗਾ। ਹਾਂਜੀ, ਨੈਕਸਟ ਆਪਾਂ ਗੱਲ ਕਰਾਂਗੇ ਫੈਕਟਰ ਜਾਂ ਕਹ ਲਓ ਗੁਣਨਖੰਡ ਤੇ ਕੋਐਫੀਸ਼ੀਐਂਟ ਗੁਣਾਂਕ ਦੀ। ਪਰ ਇਹਦੀ ਗੱਲ ਕਰਨ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਵਿਅੰਜਕ ਦੇ ਬਾਰੇ ਹੋਰ ਸਮਝ ਲੈਂਦੇ ਆ। ਸੋ ਜਿਸ ਤਰੀਕੇ ਨਾਲ ਮੈਂ ਕੁਝ ਇੱਥੇ ਜਿਹੜੇ ਵਿਅੰਜਕ ਲਿਖੂੰਗਾ, ਦੇਖੋ 3x ਦੀ 2 ਤੇ 22 ਦੀ 2, ਇਦਾਂ ਜਿਵੇਂ ਵੱਡੀ ਟਰਮ ਲਿਖਤੀ। ਸੋ ਇੱਕ ਅੱਧੀ ਟਰਮ ਆਪਾਂ ਇੱਥੇ ਹੋਰ ਲਿਖ ਲੈਂਦੇ ਆ। ਸੋ 2, ਠੀਕ ਹੈ, ਇੱਥੋਂ ਤੁਹਾਨੂੰ ਇੱਕ ਹੋਰ ਚੀਜ਼ ਸਮਝਾਉਂਗਾ ਮੈਂ, 2xy, ਠੀਕ ਹੈ ਜੀ, ਜੋੜ 3z। ਸੋ ਮੈਂ ਆਪਣੇ ਕੋਲੋਂ ਇੱਥੋਂ ਸਾਰੀਆਂ ਟਰਮਸ ਇਹ ਬਣਾ ਕੇ ਲਿਖ ਰਿਹਾਗਾ, ਕਿਉਂਕਿ ਪੇਪਰ ਦੇ ਵਿੱਚ ਇਸ ਤਰ੍ਹਾਂ ਦੇ ਆਪਾਂ ਨੂੰ ਕਈ ਵਾਰ ਕੁਐਸਚਨ ਜਿਹੜੇ ਹੈਗੇ ਨੇ ਉਹ ਦੇਖਣ ਨੂੰ ਮਿਲ ਸਕਦੇ ਨੇ। ਇਸ ਤੋਂ ਬਾਅਦ ਮੈਂ ਲਿਖ ਲੈਣਾ 3x ਦੀ 2 22, ਠੀਕ ਹੈ, ਆਪਾਂ ਇੱਥੇ ਇਹ ਲਿਖ ਲੈਂਦੇ ਆ 3x ਦੀ 2 22, ਸੋ ਇੱਥੇ ਇਹ x ਹੈ ਜੀ। ਸੋ 3x ਦੀ 2 22, 22 ਦੀ 2 ਉਹੀ ਲਿਖ ਲਿਆ ਆਪਾਂ, ਪਲੱਸ 7z ਜੋੜ 3, ਮੈਂ ਆਪਣੇ ਕੋਲੋਂ ਇਦਾਂ ਕੁਝ ਵੀ ਲਿਖ ਲਿਆ ਬਣਾ ਕੇ। ਸੋ ਦੇਖੋ ਹੁਣ ਧਿਆਨ ਨਾਲ, ਸੋ ਇੱਥੇ ਕੀ ਹੈ, ਜੋ ਟਰਮਸ ਨੇ, ਸੋ ਦੇਖੋ ਅਗਰ ਮੈਂ ਤੁਹਾਨੂੰ ਪੁੱਛਾਂ ਕਿ ਇਹਨਾਂ ਦੇ ਵਿੱਚੋਂ ਕਿਹੜੇ ਕਿਹੜੇ ਵਿਅੰਜਕ ਨੇ, ਤੁਸੀਂ ਕਹੋਗੇ ਜੀ ਲਾਸਟ ਵਾਲਾ ਇਹ ਵਾਲਾ 3x ਦੀ 2 22 ਦੀ 2 ਜੋੜ 7z ਜੋੜ 3 ਇਹ ਵਾਲਾ ਵਿਅੰਜਕ ਹੈ, ਕਿਉਂਕਿ 3 ਟਰਮਾਂ ਤੋਂ ਮਿਲ ਕੇ ਬਣਿਆ। ਦੇਖੋ ਆ ਪਹਿਲੀ ਟਰਮ ਆ ਗਈ 3x ਦੀ 2 22 ਦੀ 2, ਫਿਰ ਜੋੜ ਦਾ ਨਿਸ਼ਾਨ ਆ ਗਿਆ, ਫਿਰ 7z ਆ ਗਿਆ, ਫਿਰ 3 ਆ ਗਿਆ। ਸੋ ਇਹਦੇ ਵਿੱਚ ਕਿੰਨੀਆਂ ਟਰਮਸ ਆ ਗਈਆਂ, 3, ਤਾਂ ਕਰਕੇ ਜੋ ਇਹ ਵਿਅੰਜਕ ਹੈ, ਠੀਕ ਹੈ, ਵਿਅੰਜਕ ਹੈਗਾ ਬਿਲਕੁਲ ਇਹ ਕਿੰਨੇ ਪਦੀ ਹੋ ਗਿਆ ਜੀ, 3 ਪਦੀ। ਸੋ ਇਹ ਵਾਲਾ ਵਿਅੰਜਕ ਮੇਰਾ ਹੋ ਗਿਆ 3 ਪਦੀ, ਕਿਉਂਕਿ ਇਹਦੇ ਵਿੱਚ 3 ਟਰਮਸ ਨੇ। ਇਸ ਤੋਂ ਬਾਅਦ ਅਗਰ ਮੈਂ ਇਹਦੇ ਵਿੱਚ ਦੇਖਾਂ, ਮੈਂ ਤੁਹਾਨੂੰ ਪੁੱਛਾਂ ਕਿ ਇਹ ਵਿਅੰਜਕ ਹੈ, ਤਾਂ ਤੁਸੀਂ ਕਹੋਗੇ ਵਿਅੰਜਕ ਹੈ ਬਿਲਕੁਲ। ਤੇ ਇਹ ਵਿਅੰਜਕ ਕਿੰਨੇ ਪਦੀ ਹੋ ਗਿਆ ਜੀ, 2 ਪਦੀ, ਕਿਉਂਕਿ 2 ਟਰਮਾਂ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ। ਸੋ ਪਹਿਲੀ ਟਰਮ ਹੈਗੀ ਇਹਦੇ ਵਿੱਚ 2xy, ਠੀਕ ਹੈ ਜੀ, ਦੂਜੀ ਟਰਮ ਇਹਦੇ ਵਿੱਚ ਹੈਗੀ ਆ 3z। ਸੋ 2 ਟਰਮਸ ਆ ਗਈਆਂ, ਤਾਂ ਕਰਕੇ ਇਹ ਹੋ ਗਿਆ ਤੁਹਾਡਾ 2 ਪਦੀ। ਸੋ ਇਸ ਤਰੀਕੇ ਨਾਲ। ਸੋ ਹੁਣ ਪਹਿਲੇ ਤੇ ਆਓ, ਦੇਖੋ ਧਿਆਨ ਨਾਲ, ਇੱਥੇ ਥੋੜਾ ਜਿਹਾ ਕਨਸੈਪਟ ਹੋਰ ਕਲੀਅਰ ਕਰੋ। ਜੇ ਮੈਂ ਤੁਹਾਨੂੰ ਪੁੱਛਾਂ ਕਿ ਇਹ ਵਿਅੰਜਕ ਹੈ, ਤੁਸੀਂ ਕਹੋਗੇ ਇਹ ਟਰਮ ਹੈ, ਹਨਾ, ਇੱਕ ਤਰ੍ਹਾਂ ਦਾ ਪਦ ਹੈ ਜਾਂ ਕਹ ਲਓ ਟਰਮ ਹੈ। ਤਾਂ ਦੇਖੋ ਇਹਦੇ ਵਿੱਚ ਅੱਗੇ ਕੋਈ ਜੋੜ ਜਾਂ ਘਟਾਓ ਦਾ ਨਿਸ਼ਾਨ ਕੁਝ ਨਹੀਂ ਹੈਗਾ। ਸੋ ਕਈ ਵਾਰ ਵਿਅੰਜਕ ਜਦੋਂ ਇੱਕ ਹੀ ਟਰਮ ਦਿੱਤੀ ਹੋਵੇ, ਠੀਕ ਹੈ, ਇੱਕ ਹੀ ਟਰਮ ਦਿੱਤੀ ਹੋਵੇ, ਮਤਲਬ ਅੱਗੇ ਦੂਜੀ ਟਰਮ ਨਾ ਹੋਵੇ, ਅੱਗੇ ਜੋੜ ਘਟਾਓ ਦਾ ਨਿਸ਼ਾਨ ਆ ਹੀ ਨਹੀਂ ਸਕਦਾ, ਕਿਉਂਕਿ ਟਰਮ ਹੀ ਇੱਕ ਹੈਗੀ, ਪੂਰੀ ਦੀ ਪੂਰੀ ਟਰਮ ਹੈਗੀ ਹੈ ਮੇਰੀ 3x ਦੀ 2 22 ਦੀ 2, ਤਾਂ ਕਰਕੇ ਜੋ ਇਹ ਵਾਲਾ ਹੈਗਾ ਇਹ ਇੱਕ ਟਰਮ ਜਿਹੜੀ ਹੈਗੀ ਹੈ, ਤਾਂ ਕਰਕੇ ਇਹਨੂੰ ਵੀ ਮੈਂ ਵਿਅੰਜਕ ਹੀ ਕਹੂੰਗਾ। ਧਿਆਨ ਨਾਲ ਇੱਥੇ ਨੋਟ ਕਰੋ,
ਤੇ ਮੇਰਾ ਇਹ ਇੱਕ ਪਦੀ ਵਿਅੰਜਕ ਹੈ ਜੀ, ਠੀਕ ਹੈ, ਇੱਕ ਪਦੀ, ਕਿਉਂਕਿ ਇੱਕ ਹੀ ਟਰਮ ਹੈ ਇਹਦੇ ਵਿੱਚ। ਸੋ ਵਿਅੰਜਕ ਇੱਕ ਪਦੀ, ਦੋ ਪਦੀ, ਤਿੰਨ ਪਦੀ, ਚਾਰ ਪਦੀ, ਕਾਫੀ ਟਰਮਸ ਹੋ ਸਕਦੀਆਂ ਨੇ ਵਿਅੰਜਕ ਦੇ ਵਿੱਚ। ਸੋ ਇੱਥੇ ਮੈਂ ਤੁਹਾਨੂੰ ਯਾਦ ਇਹ ਦਿਵਾਉਣਾ ਸੀ ਕਿ ਵਿਅੰਜਕ ਦੇ ਵਿੱਚ ਜਿਹੜੀ ਇੱਕ ਟਰਮ ਹੈ ਜੀ ਉਹ ਵੀ ਹੋ ਸਕਦੀ ਹੈ। ਕਈ ਵਾਰ ਇੱਕ ਟਰਮ ਤੋਂ ਹੀ ਇੱਕ ਟਰਮ ਵਾਲੇ ਨੂੰ, ਦੇਖੋ ਇਹ ਇੱਕ ਟਰਮ ਤਾਂ ਹੈਗੀ ਹੈ, ਨਾਲ ਦੀ ਨਾਲ ਮੈਂ ਇਹਨੂੰ ਵਿਅੰਜਕ ਵੀ ਬੋਲ ਸਕਦਾਗਾ। ਤੇ ਇਹਨੂੰ ਕਿਹੜਾ ਬੋਲੂੰਗਾ? ਇਹ ਵਿਅੰਜਕ ਕਿੰਨੀਆਂ ਟਰਮਾਂ ਤੋਂ ਮਿਲ ਕੇ ਬਣਿਆ? ਇੱਕ ਤੋਂ, ਤਾਂ ਕਰਕੇ ਮੈਂ ਇਹਨੂੰ ਇੱਕ ਪਦੀ ਵਿਅੰਜਕ ਕਹਾਂਗਾ, ਠੀਕ ਹੈ। ਸੋ ਇਹਦਾ ਧਿਆਨ ਦਿਓ। ਦੇਖੋ ਜੇ ਦੋ ਆਉਣਗੀਆਂ ਜਾਂ ਤਿੰਨ ਆਉਣਗੀਆਂ ਤਾਂ ਵਿੱਚ ਅੱਗੇ ਫਿਰ ਜੋੜ ਜਾਂ ਘਟਾਓ ਦਾ ਨਿਸ਼ਾਨ ਆਊਗਾ, ਠੀਕ ਹੈ ਜੀ। ਸੋ ਇਹ ਗੱਲ ਮੈਂ ਇੱਥੇ ਦੱਸਣੀ ਚਾਹੁੰਦਾ ਸੀ, ਮੇਬੀ ਇਹਦੇ ਨਾਲ ਤੁਹਾਡਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਕਈ ਵਾਰ ਮੈਂ ਇੱਥੇ ਕੱਲਾ ਲਿਖਤਾ ਹਨਾ 10x, ਸੋ ਕਈ ਵਾਰ ਅਸੀਂ ਇਹਨੂੰ ਵਿਅੰਜਕ ਹੀ ਨਹੀਂ ਮੰਨਦੇ, ਅਸੀਂ ਕਹਿੰਦੇ ਇਹ ਤਾਂ ਕੱਲੀ ਟਰਮ ਹੈ, ਪਰ ਇਹ ਜੋ ਟਰਮ ਹੈ ਇਹ ਵੀ ਵਿਅੰਜਕ ਹੀ ਕਹਿਲਾਊਗੀ, ਪਰ ਉਹ ਵਿਅੰਜਕ ਕੀ ਹੋਊਗਾ ਜੀ? ਇੱਕ ਪਦੀ। ਸੋ 10x ਕੀ ਹੋਊਗਾ? ਇੱਕ ਟਰਮ ਤਾਂ ਹੈਗੀ ਹੈ। ਸੋ ਇਹਨੂੰ ਮੈਂ ਜਦੋਂ ਮੈਂ ਇਹਨੂੰ ਵਿਅੰਜਕ ਕਹੂੰਗਾ ਤਾਂ ਇਹ ਇੱਕ ਪਦੀ ਜਿਹੜਾ ਵਿਅੰਜਕ ਹੋਏਗਾ, ਠੀਕ ਹੈ। ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ। ਨਾਰਮਲੀ ਅਸੀਂ ਗੱਲ ਕਰਦੇ ਹਾਂ ਦੋ ਪਦੀ ਜਾਂ ਤਿੰਨ ਪਦੀ ਜਾਂ ਚਾਰ ਪਦੀ, ਇਦਾਂ ਦੇ ਵਿਅੰਜਕ ਆਪਾਂ ਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦੇ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਫੈਕਟਰ ਦੀ, ਗੁਣਨਖੰਡ ਦੀ। ਉਹਦੇ ਲਈ ਆਪਾਂ ਕੋਈ ਇੱਕ ਐਗਜ਼ਾਮਪਲ ਚੱਕ ਲੈਂਦੇ ਹਾਂ ਜੀ ਉੱਪਰ ਹੀ। ਸੋ ਮੈਂ ਉਹੀ ਐਗਜ਼ਾਮਪਲ ਲੈ ਲਈ, 2xy ਸੈਂਟਰ ਵਾਲੀ ਜੋੜ 3z। ਹੁਣ ਧਿਆਨ ਨਾਲ ਇੱਥੇ ਗੱਲ ਸੁਣਿਓ ਕਿ ਪਹਿਲਾਂ ਤਾਂ ਟਰਮਾਂ ਕੱਢ ਲਿਆ ਕਰੋ, ਹਨਾ, ਪਹਿਲਾਂ ਤਾਂ ਪਦ ਕੱਢ ਲਿਆ ਕਰੋ ਕਿ ਟਰਮਾਂ ਕਿੰਨੀਆਂ ਨੇ। ਸੋ ਵਿੱਚ ਜੋੜ ਦਾ ਨਿਸ਼ਾਨ ਹੈ, ਤਾਂ ਦੋ ਟਰਮਾਂ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ? ਇੱਕ 2xy ਆ ਗਈ, ਇੱਕ 3z ਆ ਗਈ, ਠੀਕ ਹੈ ਜੀ। ਦੋ ਟਰਮਾਂ ਆ ਗਈਆਂ। ਟਰਮਾਂ ਤੋਂ ਬਾਅਦ ਹੁਣ ਗੁਣਨਖੰਡ ਦੇਖੋ, ਕਿੰਨੇ ਗੁਣਨਖੰਡ ਨੇ ਇਹਦੇ ਵਿੱਚ? ਸੋ ਗੁਣਨਖੰਡ ਵੀ ਇਹਦੇ ਵਿੱਚ ਦੋ ਹੀ ਨੇ ਜੀ, ਠੀਕ ਹੈ। ਗੁਣਨਖੰਡ ਵੀ ਇਹਦੇ ਵਿੱਚ ਦੋ ਹੀ ਨੇ, ਕਿਹੜੇ ਕਿਹੜੇ? ਸੋ ਟਰਮਾਂ ਦੋ ਨੇ, ਅੱਗੇ ਟਰਮਾਂ ਤੋਂ ਗੁਣਨਖੰਡ ਨਿਕਲਣੇ ਨੇ। ਜਿਵੇਂ ਪਹਿਲੀ ਟਰਮ ਕਿਹੜੀ ਆ ਗਈ ਮੇਰੀ? 2xy। ਦੇਖੋ ਇਹਨੂੰ ਮੈਂ ਥੋੜਾ ਜਿਹਾ ਇੱਥੇ ਹਾਈਲਾਈਟ ਕਰਦਾ, ਥੋੜਾ ਜਿਹਾ ਧਿਆਨ ਨਾਲ ਸਮਝੋ। ਪਹਿਲੀ ਟਰਮ ਮੇਰੇ ਕੋਲ ਆ ਗਈ 2xy। ਸੋ ਇਹਦੇ ਗੁਣਨਖੰਡ ਕਿਹੜੇ ਨੇ? ਜਿਹੜੀਆਂ ਵੀ ਟਰਮਾਂ ਇਹਦੇ ਵਿੱਚ ਜੋ ਵੀ ਵਿੱਚ ਦਿੱਤਾ ਹੋਇਆ ਚੱਲ ਉਹਨੂੰ ਅੱਡ ਅੱਡ ਕਰ ਦਿਓ, ਕੌਮੇ ਪਾ ਕੇ, ਉਹਨੂੰ ਕੌਮੇ ਪਾ ਕੇ ਅਲੱਗ-ਅਲੱਗ ਕਰ ਦਿਓ। ਜਿਵੇਂ ਇਹਦੇ ਗੁਣਨਖੰਡ ਹੋ ਗਏ 1 2 ਫਿਰ x ਫਿਰ y। ਸੋ ਸਿਮਿਲਰਲੀ ਜੋ ਮੇਰੀ ਸੈਕੰਡ ਟਰਮ ਹੈ ਜੀ, ਧਿਆਨ ਦਿਓ ਇੱਥੇ, ਜੋ ਮੇਰੀ ਸੈਕੰਡ ਟਰਮ ਹੈ ਉਹ ਕੀ ਹੈ? 3z। ਸੋ ਇਹਦੇ ਗੁਣਨਖੰਡ ਕਿਹੜੇ ਆ ਗਏ? 3, z। ਸੋ ਪਹਿਲਾਂ ਵਿਅੰਜਕ ਤੋਂ ਪਦ ਨਿਕਲੇ, ਟਰਮਾਂ ਨਿਕਲੀਆਂ, ਦੋ ਟਰਮਾਂ ਆ ਗਈਆਂ ਇਹਦੇ ਵਿੱਚ। ਫਿਰ ਅੱਗੇ ਕੀ ਨਿਕਲੇ ਆ? ਗੁਣਨਖੰਡ। ਫਿਰ ਟਰਮਾਂ ਤੋਂ ਅੱਗੇ ਕੀ ਨਿਕਲੇ ਆ ਜੀ? ਗੁਣਨਖੰਡ। ਸੋ 2xy ਦੇ ਕਿਹੜੇ ਆ ਗਏ? 2, x, y। 3z ਦੇ ਕਿਹੜੇ ਆ ਗਏ? 3, z। ਸੋ ਹੋਪਫੁਲੀ ਤੁਹਾਨੂੰ ਜੋ ਫੈਕਟਰ ਨੇ ਉਹਨਾਂ ਦਾ ਜੋ ਕਨਸੈਪਟ ਹੈ ਜੀ ਉਹ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੁਣਾਂਕ ਦੀ, ਠੀਕ ਹੈ। ਗੁਣਾਂਕ, ਸੋ ਦੇਖੋ ਇਹਦੇ ਵਿੱਚ ਗੁਣਾਂਕ ਕੀ ਹੈ? ਜਿਵੇਂ ਤੁਹਾਨੂੰ ਟਰਮ ਦੇਤੀ ਉਹਨਾਂ ਨੇ 2xy ਜੋੜ 3z, ਹਨਾ, ਤੁਹਾਨੂੰ ਪੂਰੇ ਦਾ ਪੂਰਾ ਪੁੱਛ ਲਿਆ ਹਨਾ ਕਿ 2xy ਦਾ ਗੁਣਾਂਕ ਕੀ ਆਊਗਾ। ਪਹਿਲਾਂ ਪੂਰੀ ਟਰਮ ਆਪਾਂ ਲਿਖੀ ਹੈ। ਸੋ ਨਾਰਮਲੀ ਜੀ ਇਹਦੇ ਵਿੱਚ ਕੀ ਹੈ ਕਿ ਜੋ ਸੰਖਿਆਤਮਕ ਗੁਣਾਂਕ ਹੈ ਨਾ, ਉਹੀ ਤਾਂ ਆਪਾਂ ਨੂੰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ। ਸੋ ਮੈਂ ਇੱਥੇ ਜੇ ਲਿਖ ਲੈਣਾ, ਦੇਖੋ ਤੁਹਾਨੂੰ ਕੋਈ ਨਾ ਕੋਈ ਵਿਅੰਜਕ ਦਿੱਤਾ ਹੋਊਗਾ, ਸੰਖਿਆਤਮਕ ਗੁਣਾਂਕ, ਹੈ ਨਾ। ਧਿਆਨ ਨਾਲ ਨੋਟ ਕਰੋ, ਅਗਰ ਕੁਝ ਵੀ ਨਾ ਪੁੱਛਿਆ ਹੋਵੇ ਤਾਂ ਇਹਦਾ ਮਤਲਬ ਅਸੀਂ ਸੰਖਿਆਤਮਕ ਗੁਣਾਂਕ ਦੱਸਣਾ ਹੁੰਦਾ। ਸੋ ਗੁਣਾਂਕ ਕਈ ਤਰ੍ਹਾਂ ਦੇ ਪੁੱਛੇ ਜਾ ਸਕਦੇ ਨੇ। ਪਹਿਲਾਂ ਸੰਖਿਆਤਮਕ ਜਿਹੜਾ ਕਾਮਨ ਹੈ ਆਪਾਂ ਉਹਦੀ ਗੱਲ ਕਰਦੇ ਹਾਂ। ਸੋ ਇੱਥੇ ਗੁਣਾਂਕ ਹੈ ਜੀ, ਠੀਕ ਹੈ। ਸੋ ਉੱਪਰ ਜਿਹੜੀ ਹੈਗੀ ਉਹ ਟਿੱਪੀ ਹੈ, ਉਹ ਬਾਅਦ ਦੇ ਵਿੱਚ ਤੁਸੀਂ ਚੇਂਜ ਕਰ ਲਿਓ ਆਪਣੇ ਆਪ ਵਾਲੀ ਜਗ੍ਹਾ ਦੇ ਉੱਪਰ। ਸੋ ਬਿੰਦੀ ਹੈ ਉੱਪਰ, ਸੰਖਿਆਤਮਕ ਗੁਣਾਂਕ। ਪਹਿਲਾਂ 2xy ਦਾ ਦੇਖੋ ਕਿਹੜਾ ਆਊਗਾ। ਸੋ 2xy, ਸੋ ਜੋ ਵੀ ਚੱਲ ਹੈ ਅਸੀਂ ਉਹ ਨਹੀਂ ਲੈਣਾ, ਚੱਲ ਨੂੰ ਛੱਡ ਕੇ ਜਿਹੜਾ ਵੀ ਅਚਲ ਹੈ ਜੀ ਉਹ ਸਾਡਾ ਆ ਜਾਊਗਾ ਸੰਖਿਆਤਮਕ ਗੁਣਾਂਕ। ਸੋ 2xy ਦਾ ਸੰਖਿਆਤਮਕ ਗੁਣਾਂਕ ਕੀ ਆਏਗਾ ਜੀ? 2 ਆਏਗਾ। ਸੋ ਇਸ ਤੋਂ ਬਾਅਦ ਜੇ ਤੁਹਾਨੂੰ ਪੁੱਛ ਲਿਆ ਕਿ 3z ਦਾ ਸੰਖਿਆਤਮਕ ਗੁਣਾਂਕ ਦੱਸੋ, ਸੋ 3z ਦਾ ਸੰਖਿਆਤਮਕ ਗੁਣਾਂਕ z ਨੂੰ ਛੱਡ ਦਿਓ, ਠੀਕ ਹੈ ਜੀ, z ਨੂੰ ਛੱਡ ਦਿਓ, ਤਾਂ 3z ਦਾ ਸੰਖਿਆਤਮਕ ਗੁਣਾਂਕ ਕੀ ਆਏਗਾ? 3 ਆਏਗਾ। ਮਤਲਬ ਅਸੀਂ ਕੋਈ ਸੰਖਿਆ ਦੱਸਣੀ ਆ, ਅਸੀਂ ਅਚਲ ਹੀ ਦੱਸਣਾ, ਅਸੀਂ ਚੱਲ ਨੂੰ ਛੱਡ ਦੇਣਾਗਾ। ਸੋ ਹੋਪਫੁਲੀ ਤੁਹਾਨੂੰ ਕਲੀਅਰ ਹੋਊਗਾ। ਤੇ ਕਈ ਵਾਰ ਇਹ ਪੁੱਛ ਲੈਂਦੇ ਨੇ ਕਿ ਮੈਂ ਇੱਥੇ ਲਿਖ ਦਿੰਦਾ ਕਿ 2xy ਦੇਤਾ ਤੁਹਾਨੂੰ ਕੱਲਾ, ਠੀਕ ਹੈ ਜੀ, ਇਹਦੇ ਵਿੱਚ ਪੁੱਛ ਲੈਂਦੇ ਨੇ ਕਿ 22 ਦਾ ਗੁਣਾਂਕ ਦੱਸੋ ਜੀ, ਠੀਕ ਹੈ, ਕਿ 2xy ਤੁਹਾਨੂੰ ਟਰਮ ਦੇਤੀ, ਇਹਦੇ ਵਿੱਚ 22 ਦਾ ਗੁਣਾਂਕ ਦੱਸੋ ਕਿੰਨਾ ਆਊਗਾ। ਸੋ ਜਿਹਦਾ ਤੁਹਾਨੂੰ ਗੁਣਾਂਕ ਪੁੱਛਿਆਗਾ, ਜੇ ਤਾਂ ਸੰਖਿਆਤਮਕ ਪੁੱਛ ਲਿਆ ਫਿਰ ਤਾਂ ਅਗਲੀ ਸੰਖਿਆ ਲਿਖਣੀ ਹੈ, ਬਸ ਹੋਰ ਕੁਝ ਨਹੀਂ ਕਰਨਾ। ਉਹਦੇ ਅੱਗੇ ਜੋੜ ਦਾ ਨਿਸ਼ਾਨ ਹੈ ਤਾਂ ਪਲੱਸ ਦਾ ਪਾਉਣਾ, ਮਾਈਨਸ ਦਾ ਤਾਂ ਮਾਈਨਸ ਦਾ ਪਾਉਣਾ। ਜੇ ਤੁਹਾਨੂੰ 22 ਦਾ ਗੁਣਾਂਕ ਜਾਂ x ਦਾ ਗੁਣਾਂਕ ਪੁੱਛ ਲੇ, ਹੁਣ ਇੱਥੇ ਆਪਾਂ ਨੂੰ 22 ਦਾ ਪੁੱਛਿਆ ਦੇਖੋ, ਤਾਂ 22 ਨੂੰ ਛੱਡ ਕੇ ਬਾਕੀ ਜੋ ਵੀ ਹੈ, 22 ਨੂੰ ਛੱਡ ਕੇ ਬਾਕੀ ਜੋ ਵੀ ਹੈ ਉਹ 22 ਦਾ ਗੁਣਾਂਕ ਹੈ। ਸੋ 22 ਨੂੰ ਛੱਡ ਕੇ ਮੇਰੇ ਕੋਲ ਪਿੱਛੇ ਕੀ ਬਚਿਆ? 2x। ਸੋ 22 ਦਾ ਗੁਣਾਂਕ ਕੀ ਹੋ ਗਿਆ ਜੀ? 2x। ਸੋ ਥੋੜਾ ਜਿਹਾ ਮੈਂ ਚੇਂਜ ਕਰਕੇ ਹੋਰ ਸਮਝਾ ਦਿੰਦਾ ਇੱਕ ਵਾਰ।
ਸੋ ਇੱਕ ਆਪਾਂ ਜਨਰਲ ਜੀ ਐਗਜ਼ਾਮਪਲ ਇੱਕ ਵਾਰ ਘਟਾਓ ਵਾਲੀ ਵੀ ਲੈ ਲੈਂਦੇ ਆ। ਸੋ ਪਹਿਲਾਂ ਇੱਥੋਂ ਸਮਝੋ ਕਿ ਮੈਂ ਤੁਹਾਨੂੰ ਸਿਰਫ 3 ਚੀਜ਼ਾਂ ਦੱਸੀਆਂ ਨੇ ਕਿ ਜੋ ਵਿਅੰਜਕ ਹੈ ਉਹ ਇੱਕ ਪਦੀ ਵੀ ਹੋ ਸਕਦਾ ਜੇ ਉਹਦੇ ਵਿੱਚ ਇੱਕ ਟਰਮ ਹੈ, ਉਹ 2 ਪਦੀ 3 ਪਦੀ 4 ਪਦੀ ਜਿੰਨੇ ਮਰਜ਼ੀ ਪਦੀ ਹੋ ਸਕਦਾ ਹੈ, ਪਰ ਜੋ 2 ਟਰਮਾਂ ਨੇ ਉਹਨਾਂ ਦੇ ਵਿੱਚ ਜੋੜ ਜਾਂ ਘਟਾਓ ਦਾ ਨਿਸ਼ਾਨ ਹੋਏਗਾ। ਠੀਕ ਹੈ। ਫਿਰ ਮੈਂ ਤੁਹਾਨੂੰ ਦੱਸੇ ਨੇ ਗੁਣਨਖੰਡ। ਗੁਣਨਖੰਡ ਕੱਢਣ ਦੇ ਲਈ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਟਰਮਸ ਜਾਂ ਪਦ ਕਿਹੜੇ ਕਿਹੜੇ ਨੇ। ਠੀਕ ਹੈ, ਉਹਨਾਂ ਨੂੰ ਅਲੱਗ ਕਰ ਲਓ। ਉਸ ਤੋਂ ਬਾਅਦ ਗੁਣਨਖੰਡ ਦੱਸਣ ਲਈ ਜੋ ਟਰਮਸ ਨੇ ਉਹਦੇ ਵਿੱਚ ਜੋ ਵੀ ਚੱਲ ਤੇ ਚੱਲ ਹੈ ਉਹਨਾਂ ਦੇ ਵਿੱਚ ਕੌਮੇ ਪਾ ਦਿਓ, ਗੁਣਨਖੰਡ ਆ ਜਾਣਗੇ, ਜਿਸ ਤਰੀਕੇ ਨਾਲ ਮੈਂ ਇੱਥੇ ਦੱਸਿਆ। ਉਸ ਤੋਂ ਬਾਅਦ ਮੈਂ ਗੱਲ ਕੀਤੀ ਹੈ ਗੁਣਾਂਕ ਦੀ। ਸੋ ਗੁਣਾਂਕ ਕਈ ਤਰ੍ਹਾਂ ਦਾ ਹੋ ਸਕਦਾ ਹੈ। ਮੈਂ ਤੁਹਾਨੂੰ ਦੱਸਿਆ ਸੰਖਿਆਤਮਕ ਗੁਣਾਂਕ। ਸੰਖਿਆਤਮਕ ਗੁਣਾਂਕ ਦੇ ਵਿੱਚ ਅਸੀਂ ਸਿਰਫ ਅਗਲੀ ਸੰਖਿਆ ਹੀ ਦੇਖਣੀ ਹੈ ਕਿਹੜੀ ਲੱਗੀ ਹੈ ਉਹਦੇ ਨਾਲ, ਉਹੀ ਸੰਖਿਆਤਮਕ ਗੁਣਾਂਕ ਹੋਏਗਾ। ਜੇ ਤੁਹਾਨੂੰ ਕਿਸੇ ਸਪੈਸ਼ਲ ਮੈਂਸ਼ਨ ਕਰਕੇ ਕੋਈ ਗੁਣਾਂਕ ਪੁੱਛ ਲਿਆ, ਜਿਵੇਂ ਇੱਥੇ ਮੈਂ 22 ਦਾ ਗੁਣਾਂਕ ਪੁੱਛਿਆ, ਤਾਂ 22 ਨੂੰ ਛੱਡ ਦਿਓ, ਜਿਹੜੀ ਸੰਖਿਆ ਦਾ ਪੁੱਛਿਆ ਉਹਨੂੰ ਛੱਡ ਦਿਓ, ਬਾਕੀ ਸਾਰਾ ਉਹਦਾ ਕੀ ਹੋਏਗਾ, ਗੁਣਾਂਕ ਹੋਏਗਾ। ਸੋ ਇੱਕ ਵਾਰ ਆਪਾਂ ਇਹਨੂੰ ਰੇਜ਼ ਕਰਕੇ ਇੱਕ ਵਾਰ ਦੁਬਾਰਾ ਤੋਂ ਦੇਖ ਲੈਂਦੇ ਹਾਂ ਇੱਕ ਹੋਰ ਐਗਜ਼ਾਮਪਲ ਲੈ ਕੇ, ਜਿਹਦੇ ਵਿੱਚ ਅਸੀਂ ਸਾਰੇ ਦੇ ਸਾਰੇ ਕੈਲਕੂਲੇਟ ਕਰਾਂਗੇ। ਚਲੋ ਜੀ ਆਪਾਂ ਇੱਕ ਹੋਰ ਐਗਜ਼ਾਮਪਲ ਤੋਂ ਫਟਾਫਟ ਸਟਾਰਟ ਕਰਦੇ ਹਾਂ। ਤੁਹਾਨੂੰ ਇੱਕ ਐਗਜ਼ਾਮਪਲ ਦੇਤੀ 7xy ਘਟਾਓ 3x ਦੀ ਘਾਤ 2। ਪਹਿਲਾਂ ਤੁਹਾਨੂੰ ਪਤਾ ਹੈ ਕਿ ਇੱਕ ਵਿਅੰਜਕ ਹੈ ਜੋ ਕਿ ਕਿੰਨੇ ਪਦੀ ਹੈ, 2 ਟਰਮਾਂ ਨੇ ਇਹਦੇ ਵਿੱਚ, ਇਹ 2 ਪਦੀ ਹੈ। ਹੁਣ ਪਹਿਲਾਂ ਤਾਂ ਆਪਾਂ ਕਿਹੜੇ ਕਿਹੜੀਆਂ ਟਰਮਸ ਨੇ, ਕਿਹੜੇ ਕਿਹੜੇ ਪਦ ਨੇ ਉਹ ਲਿਖ ਲੈਂਦੇ ਆ। ਪਹਿਲਾ ਤਾਂ ਹੈਗਾ ਜੀ 7xy ਕੋਮਾ, ਦੂਜਾ ਹੈਗਾ 3x ਦੀ ਘਾਤ 2, ਹਨਾ 3x ਦੀ ਘਾਤ 2। ਪਰ ਇੱਥੇ ਧਿਆਨ ਦਿਓ ਕਿਉਂਕਿ ਮੈਂ ਘਟਾਓ ਵਾਲਾ ਪਾ ਲਿਆ, ਹੁਣ 3x ਦੀ ਪਾਵਰ 2 ਦੇ ਅੱਗੇ ਘਟਾਓ ਹੈ ਨਾ, ਤਾਂ ਇਹ ਪਦ ਕਿਹੜਾ ਹੋਊ, ਫਿਰ ਘਟਾਓ ਵੀ ਨਾਲ ਲੈ ਕੇ ਆਊਗਾ। ਠੀਕ ਹੈ, -3x ਦੀ ਘਾਤ 2 ਇਹ ਵਾਲਾ ਪਦ ਹੈਗਾ। ਠੀਕ ਹੈ, ਹੋਪਫੁਲੀ ਤੁਹਾਨੂੰ ਸਮਝ ਆ ਗਿਆ ਹੋਊਗਾ। ਉਸ ਤੋਂ ਬਾਅਦ ਜਦੋਂ ਆਪਣੀਆਂ ਟਰਮਸ ਆ ਗਈਆਂ ਫਿਰ ਆਪਾਂ ਗੁਣਨਖੰਡ ਕੱਢ ਲਾਂਗੇ। ਸੋ 7xy ਦੇ ਕਿਹੜੇ ਕਿਹੜੇ ਗੁਣਨਖੰਡ ਨੇ ਜੀ, 7, x, 22, ਬਸ ਕੌਮੇ ਪਾ ਦਿਓ। -3x ਦੀ ਘਾਤ 2 ਦੇ ਕਿਹੜੇ ਕਿਹੜੇ ਗੁਣਨਖੰਡ ਨੇ, -3 ਇੱਕ ਤਾਂ ਖੁਦ ਹੈ, x 2 ਨੇ, ਦੇਖੋ x ਦੀ ਘਾਤ 2 ਹੈ ਨਾ, ਇਹਦਾ ਮਤਲਬ x 2 ਨੇ, ਉਹਨਾਂ ਨੂੰ ਅਲੱਗ-ਅਲੱਗ ਲਿਖਣਾ ਫਿਰ ਇਦਾਂ x, x ਇਸ ਤਰੀਕੇ ਨਾਲ। ਨਾਰਮਲੀ ਪੇਪਰ ਦੇ ਵਿੱਚ ਆਪਾਂ ਨੂੰ ਪਦ ਪੁੱਛੇ ਜਾਂਦੇ ਨੇ ਜਾਂ ਕਹ ਲਓ ਟਰਮਸ ਪੁੱਛੀਆਂ ਜਾਂਦੀਆਂ ਨੇ, ਐਂਡ ਸੈਕੰਡ ਆਪਾਂ ਨੂੰ ਕੀ ਪੁੱਛਿਆ ਜਾਂਦਾ ਜੀ, ਗੁਣਾਂਕ ਪੁੱਛਿਆ ਜਾਂਦਾ। ਸੋ ਗੁਣਨਖੰਡ ਦੀ ਗੱਲ ਬਹੁਤ ਘੱਟ ਹੁੰਦੀ ਹੈ। ਸੋ ਅਗਰ ਤੁਹਾਨੂੰ ਪੁੱਛ ਲਿਆ ਕਿ ਇਹਦੇ ਵਿੱਚ 7xy ਘਟਾਓ 3x ਦੀ ਘਾਤ 2 ਵਿੱਚ 7xy ਦਾ ਗੁਣਾਂਕ ਕੀ ਆਊਗਾ, ਤਾਂ 7xy ਦਾ ਸੰਖਿਆਤਮਕ ਗੁਣਾਂਕ ਕੀ ਆਊਗਾ ਜੀ, 7 ਆਊਗਾ, ਕਿਉਂਕਿ xy ਛੱਡ ਦੋ, ਬਾਕੀ ਜੋ ਸੰਖਿਆ ਬਚੀ ਉਹੀ ਗੁਣਾਂਕ ਹੈਗਾ। ਜੇ ਤੁਹਾਨੂੰ ਪੁੱਛ ਲਿਆ ਕਿ -3x ਦੀ ਘਾਤ 2 ਦੇ ਵਿੱਚ, ਆ ਤਾਂ ਕਾਦੇ ਵਿੱਚ ਪੁੱਛਿਆ ਸੀ, 7xy ਦੇ ਵਿੱਚ। ਜੇ ਤੁਹਾਨੂੰ ਪੁੱਛ ਲਿਆ -3x ਦੀ ਘਾਤ 2 ਦੇ ਵਿੱਚ, ਠੀਕ ਹੈ ਜੀ, ਸੰਖਿਆਤਮਕ ਗੁਣਾਂਕ ਕੀ ਹੈਗਾ, ਤਾਂ ਸੰਖਿਆਤਮਕ ਗੁਣਾਂਕ ਇਹਦੇ ਵਿੱਚ ਕੀ ਆਊਗਾ ਜੀ, -3 ਆਊਗਾ। ਸੋ ਗੁਣਾਂਕ ਦੇ ਵਿੱਚ ਜੇ ਟਰਮ ਦੇ ਨਾਲ ਮਾਈਨਸ ਹੈ ਨਾ, ਪਦ ਦੇ ਨਾਲ ਮਾਈਨਸ ਹੈ, ਤਾਂ ਉਹ ਮਾਈਨਸ ਨਾਲ ਲੈ ਕੇ ਆਉਣੀ ਹੈ, ਤਾਂ ਕੀ ਆ ਗਿਆ, -3। ਸੋ ਹੋਪਫੁਲੀ ਤੁਹਾਨੂੰ ਇਹ ਛੋਟੀ ਚੀਜ਼ ਸਮਝ ਆ ਗਈ ਹੋਊਗੀ। ਅਗਰ ਤੁਹਾਨੂੰ ਥੋੜਾ ਜਿਹਾ ਇਦਾਂ ਪੁੱਛ ਲਿਆ ਕਿ 7xy ਦੇ ਵਿੱਚ, 7xy ਦੇ ਵਿੱਚ x ਦਾ ਗੁਣਾਂਕ ਦੱਸੋ ਜੀ, x ਦਾ ਗੁਣਾਂਕ ਕੀ ਆਊਗਾ 7xy ਦੇ ਵਿੱਚ। ਠੀਕ ਹੈ, ਥੋੜੀ ਜਿਹੀ ਚੀਜ਼ ਹੈ ਜਿਹੜੀ ਸਮਝਣ ਵਾਲੀ ਹੈ, ਜਿਹੜੀ ਕਿ ਥੋੜੀ ਹਟਕੇ ਹੈ। ਤਾਂ ਜੇ ਤੁਹਾਨੂੰ ਸੰਖਿਆਤਮਕ ਦੀ ਜਗ੍ਹਾ ਪਾਰਟਿਕੂਲਰ x ਦਾ ਗੁਣਾਂਕ ਪੁੱਛ ਲਿਆ, ਤਾਂ x ਨੂੰ ਛੱਡ ਕੇ ਬਾਕੀ ਜੋ ਬਚਿਆ ਉਹ x ਦਾ ਗੁਣਾਂਕ ਆਊਗਾ, ਬਾਕੀ ਕੀ ਬਚਿਆ 7/। ਸੋ ਬਾਕੀ ਆਪਾਂ ਕੁਐਸਚਨ MCQ ਦੇ ਵਿੱਚ ਕਵਰ ਕਰਾਂਗੇ। ਹੁਣ ਆਪਾਂ ਚੱਲਦੇ ਹਾਂ ਆਪਣੇ ਅਗਲੇ ਟੌਪਿਕ ਵੱਲ। ਨੈਕਸਟ ਇਹ ਬੜਾ ਸਿੰਪਲ ਜਿਹਾ ਕੰਮ ਹੈ ਜੀ, 2 ਤਰ੍ਹਾਂ ਦੀਆਂ ਟਰਮਸ ਹੁੰਦੀਆਂ ਨੇ, ਇੱਕ ਤਾਂ ਸਮਾਨ ਪਦ ਹੋ ਗਏ, ਸਮਾਨ ਟਰਮਸ ਆ ਗਈਆਂ, ਇੱਕ ਅਨਲਾਈਕ ਟਰਮਸ ਜਾਂ ਕਹ ਲਓ ਅਸਮਾਨ ਪਦ। ਸੋ ਇੱਥੋਂ ਕਾਫੀ ਵਾਰ ਕੁਐਸਚਨ ਬਣੇ ਹੋਏ ਨੇ। ਸੋ ਸਮਾਨ ਪਦ ਕਿਹੜੇ ਹੋ ਗਏ, ਦੇਖੋ ਜਿਨ੍ਹਾਂ ਦੀ ਚੱਲ, ਠੀਕ ਹੈ, ਜਿਨ੍ਹਾਂ ਦੇ ਵਿੱਚ ਚੱਲ ਇੱਕੋ ਜਗ੍ਹਾ। ਮੰਨ ਲਓ ਤੁਹਾਨੂੰ 2 ਟਰਮਸ ਦੇਤੀਆਂ, ਇੱਕ ਦੇਤੀ ਮੈਂ 7x, ਇੱਕ ਦੇਤੀ 3x। ਸੋ 7x ਤੇ 3x ਆਪਸ ਦੇ ਵਿੱਚ ਕਿਹੜੇ ਪਦ ਨੇ, ਸਮਾਨ ਪਦ ਨੇ। ਸੋ ਇਹਦੇ ਵਿੱਚ ਅਸੀਂ ਅਗਲਾ ਅੰਕ ਨਹੀਂ ਦੇਖਣਾ, ਅਗਲੀ ਸੰਖਿਆ ਨਹੀਂ ਦੇਖਣੀ, ਅਸੀਂ ਸਿਰਫ ਦੇਖਣਾ ਬੈਕ ਵਾਲਾ ਚੱਲ। ਅਸੀਂ ਸਿਰਫ ਕੀ ਦੇਖਣਾ, ਚੱਲ। ਜੇ ਉਹ ਇੱਕੋ ਜਗ੍ਹਾ ਅਤੇ ਉਹਦੀ ਘਾਤ ਵੀ ਬਰਾਬਰ ਹੈ, ਉਸ ਕੇਸ ਦੇ ਵਿੱਚ ਅਸੀਂ ਦੋਨਾਂ ਨੂੰ ਕੀ ਕਹਾਂਗੇ, ਸਮਾਨ ਪਦ। ਅਗਰ ਇਦਾਂ ਹੁੰਦਾ ਕਿ ਇੱਕ 7x ਹੁੰਦਾ, ਦੇਖੋ ਇੱਕ 3y ਹੁੰਦਾ ਮੰਨ ਲਓ, ਤਾਂ ਇਹਦੇ ਵਿੱਚ ਕੀ ਹੈ, ਦੇਖੋ ਲਾਸਟ ਤੇ ਜੋ ਚੱਲ ਹੈ ਉਹ ਇੱਕੋ ਜਿਹਾ ਨਹੀਂ ਹੈਗਾ, ਹਨਾ, ਇੱਕ x ਹੈ ਇੱਕ y ਹੈ, ਤਾਂ ਕਰਕੇ ਸਮਾਨ ਪਦ ਨਾ ਹੋ ਕੇ ਇਹ ਕੀ ਆ ਗਈਆਂ ਮੇਰੇ ਕੋਲ, ਅਨਲਾਈਕ ਟਰਮਸ, ਅਸਮਾਨ ਪਦ। ਸੋ ਇਹ ਬਹੁਤ ਸਿੰਪਲ ਜਿਹਾ ਟੌਪਿਕ ਹੈ ਜੀ, ਕੋਈ ਜ਼ਿਆਦਾ ਔਖਾ ਨਹੀਂ ਹੈਗਾ। ਬਸ ਇੱਕ ਦੋ ਕਨਫਿਊਜ਼ਿੰਗ ਵਾਲੇ ਕੁਐਸਚਨ ਮੈਂ ਤੁਹਾਡੇ ਇੱਥੇ ਲਿਖ ਦਿੰਨਾਗਾ। ਮੰਨ ਲਓ ਇੱਕ ਤੁਹਾਨੂੰ ਦੇਤਾ 2x, ਠੀਕ ਹੈ ਜੀ, ਇੱਕ ਤੁਹਾਨੂੰ ਦੇਤਾ 2x, ਇੱਕ ਦੇਤਾ 3x ਦੀ ਪਾਵਰ 2, ਅਤੇ ਤੁਹਾਨੂੰ ਪੁੱਛ ਲਿਆ ਕਿ ਇਹ ਸਮਾਨ ਨੇ। ਤਾਂ ਦੇਖੋ ਇਸ ਕੇਸ ਦੇ ਵਿੱਚ ਧਿਆਨ ਨਾਲ ਦੇਖੋ, ਬਹੁਤੇ ਅਸੀਂ ਕੀ ਕਰਦੇ ਹਾਂ, ਇਕੱਲਾ ਚੱਲ ਹੀ ਚੈੱਕ ਕਰਦੇ ਹਾਂ। ਸੋ ਚੱਲ ਦੇਖੋ ਦੋਨਾਂ ਦਾ x ਸੇਮ ਹੀ ਹੈ, ਹਨਾ। ਸੋ ਚੱਲ ਦੇਖ ਕੇ ਅਸੀਂ ਲਾ ਲੈਂਦੇ ਹਾਂ ਕਿ ਸਮਾਨ ਪਦ ਨੇ, ਬਟ ਚੱਲ ਤੋਂ ਬਾਅਦ ਅਸੀਂ ਘਾਤ ਵੀ ਚੈੱਕ ਕਰਨੀ ਹੈ ਕਿ ਦੋਨਾਂ ਦੀ ਪਾਵਰ ਸੇਮ ਹੋਵੇ। ਸੋ ਪਹਿਲੇ ਦੇ ਵਿੱਚ x ਦੀ ਪਾਵਰ 1 ਹੈ, ਕੁਝ ਵੀ ਨਹੀਂ ਤਾਂ 1 ਹੈ,
ਦੂਜੇ ਦੇ ਵਿੱਚ 2 ਹੈ, ਇਹਦਾ ਮਤਲਬ ਦੋਨਾਂ ਦੀ ਘਾਤ ਅਲੱਗ-ਅਲੱਗ ਹੈ, ਤਾਂ ਕਰਕੇ ਦੋਨੋਂ ਆਪਸ ਦੇ ਵਿੱਚ ਜੀ ਸਮਾਨ ਨਹੀਂ ਹੈਗੇ, ਇਹ ਦੋਨੋਂ ਆਪਸ ਦੇ ਵਿੱਚ ਹੋਣਗੇ ਅਸਮਾਨ ਪਦ। ਠੀਕ ਹੈ, ਬਸ ਇੰਨਾ ਕੁ ਲੌਜਿਕ ਧਿਆਨ ਦੇ ਵਿੱਚ ਰੱਖਣਾ ਗਾ, ਤੇ ਇਹਦੇ ਵਿੱਚ ਬਾਹਲਾ ਜ਼ਿਆਦਾ ਕੁਝ ਹੈ ਨਹੀਂਗਾ ਹੋਰ, ਹਨਾ। ਤੋ ਥੋੜਾ ਜਿਹਾ ਇਹਨੂੰ ਧਿਆਨ ਨਾਲ ਕਿਤੇ ਲਿਖ ਲਿਓ ਕਿ ਪਹਿਲਾਂ ਚੱਲ ਦੇਖਣਾ, ਚੱਲ ਇੱਕੋ ਜਿਹਾ ਹੋਵੇ ਦੋਨਾਂ ਦਾ, ਦੋਨੇ ਟਰਮਸ ਆ ਤਾਂ ਉਹ ਸਮਾਨ ਹੋਣਗੀਆਂ। ਚੱਲ ਦੇ ਨਾਲ ਨਾਲ ਉਹਨਾਂ ਦੀ ਘਾਤ ਵੀ ਇੱਕੋ ਜਿਹੀ ਹੋਣੀ ਚਾਹੀਦੀ ਹੈ। ਜਿਵੇਂ ਮੈਂ ਉੱਪਰ ਲਿਖਿਆ 2x 3x ਦੀ ਘਾਤ 2, ਤਾਂ ਇਹ ਅਸਮਾਨ ਪਦ ਹੈ, ਕਿਉਂਕਿ ਚੱਲ ਭਾਵੇਂ ਇੱਕੋ ਜਿਹਾ ਹੈਗਾ ਦੋਨਾਂ ਦਾ, ਬਟ ਉਹਨਾਂ ਦੀ ਘਾਤ ਇੱਕੋ ਜਿਹੀ ਨਹੀਂ ਹੈਗੀ। ਹਾਂਜੀ, ਹੁਣ ਕੁਝ ਕੁਐਸਚਨ ਕਰ ਲੈਂਦੇ ਆਪਾਂ ਪ੍ਰੀਵੀਅਸ ਈਅਰ ਐਗਜ਼ਾਮ ਵਾਲੇ। ਸੋ ਇੱਥੇ ਨੰਬਰ ਦੇਖੋ, ਮੈਂ 61 ਲਿਖਿਆ ਡਾਇਰੈਕਟ, ਹਨਾ। ਇਹਦਾ ਮਤਲਬ ਆਪਾਂ ਪਹਿਲੇ 10 ਕਲਾਸਿਸ ਦੇ ਵਿੱਚ ਜੋ ਮੋਸਟ ਇੰਪੋਰਟੈਂਟ 60 MCQ ਹੈ, ਉਹ ਆਪਾਂ ਕਵਰ ਕਰ ਚੁੱਕੇ ਹਾਂ ਪ੍ਰੀਵੀਅਸ ਈਅਰ ਐਗਜ਼ਾਮ ਨਾਲ ਰਿਲੇਟਡ ਐਂਡ ਮੋਸਟ ਐਕਸਪੈਕਟਡ MCQ। ਸੋ ਤਾਂ ਕਰਕੇ ਇੱਥੇ 61ਵਾਂ ਨੰਬਰ ਹੈ ਆਪਣੀ ਸੀਰੀਜ਼ ਦਾ, ਸੋ ਇੱਥੇ ਮੈਂ 61 ਲਿਖਿਆ। ਹਾਲਾਂਕਿ ਇਹ ਵਾਲਾ ਜੋ MCQ ਹੈ ਇਸ ਕਲਾਸ ਦਾ ਪਹਿਲਾ ਹੈ, ਬਟ ਓਵਰਆਲ ਆਪਣਾ ਜਿਹੜਾ MCQ ਹੈ 61 ਹੈ। ਸੋ ਦੇਖੋ ਇਹਦੇ ਵਿੱਚ ਕੀ ਲਿਖਿਆ, ਇੱਕ ਤੁਹਾਨੂੰ ਵਿਅੰਜਕ ਦੇਤਾ ਜੀ 8 ਘਟਾਓ x ਜੋੜ 22 ਵਿੱਚ x ਦਾ ਗੁਣਾਂਕ ਪੁੱਛ ਲਿਆ। ਧਿਆਨ ਨਾਲ ਦੇਖੋ x ਦਾ ਗੁਣਾਂਕ, ਤੇ ਇਹਦੇ ਵਿੱਚ ਦੇਖੋ ਅਸੀਂ ਸਾਰਿਆਂ ਦਾ ਨਹੀਂ ਦੱਸਣਾ, ਇਹਦੇ ਵਿੱਚ ਪਾਰਟਿਕੂਲਰਲੀ ਉਹਨਾਂ ਨੇ ਇੱਕ ਟਰਮ ਲੈ ਲਈ, ਕਿਹੜੀ x ਦਾ ਗੁਣਾਂਕ ਪੁੱਛ ਲਿਆ। ਕਈ ਵਾਰ ਸਾਨੂੰ ਦੇਖੋ ਇੱਥੇ ਐਂ ਲੱਗਦਾ ਵੀ x ਦੇ ਅੱਗੇ ਤਾਂ ਕੁਝ ਵੀ ਨਹੀਂ ਹੈਗਾ, ਠੀਕ ਹੈ, ਵੀ x ਦੇ ਅੱਗੇ ਤਾਂ ਆਪਾਂ ਸੰਖਿਆਤਮਕ ਗੁਣਾਂਕ ਦੱਸਾਂਗੇ, x ਦੇ ਅੱਗੇ ਤਾਂ ਕੁਝ ਵੀ ਨਹੀਂ ਹੈਗਾ, ਤੇ x ਦੇ ਨਾਲ ਤਾਂ ਕੁਝ ਵੀ ਨਹੀਂ ਹੈਗਾ। ਕਈ ਵਾਰ ਆਪਾਂ ਆਪਸ਼ਨ ਕੀ ਲਾ ਦਿੰਨੇ ਆ ਜੀ, 0 ਲਾ ਦਿੰਨੇ ਆ ਵੀ 0 ਆਊਗਾ, ਜੋ ਕਿ ਆਪਣਾ ਗਲਤ ਹੈਗਾ। ਹੁਣ ਧਿਆਨ ਨਾਲ ਇੱਥੇ ਨੋਟ ਕਰੋ, 8 ਘਟਾਓ x, ਠੀਕ ਹੈ, ਜੋੜ 22। ਹੁਣ ਦੇਖੋ ਇੱਥੇ ਧਿਆਨ ਨਾਲ, 22 ਦੇ ਅੱਗੇ ਵੀ ਕੁਝ ਨਹੀਂ। ਅਗਰ ਕਿਸੇ ਚੱਲ ਦੇ ਅੱਗੇ ਕੁਝ ਨਾ ਹੋਵੇ ਨਾ, ਕੋਈ ਚੱਲ ਨਾ ਹੋਵੇ, ਤਾਂ ਅੰਡਰਸਟੂਡ ਹੈ ਜੀ 1 ਹੁੰਦਾ ਹੈਗਾ, ਠੀਕ ਹੈ, ਉਹ ਅੰਡਰਸਟੂਡ ਹੈ ਕਿ ਉੱਥੇ 1 ਆਏਗੀ ਆਏਗਾ, ਕਿਉਂਕਿ 1 ਨਾਲ ਗੁਣਾ ਕਰਨ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਸੋ x ਦੇ ਅੱਗੇ ਦੇਖੋ ਕੁਝ ਵੀ ਨਹੀਂ ਹੈਗਾ, ਇਹਦਾ ਮਤਲਬ ਅੰਡਰਸਟੂਡ ਹੈ ਕਿ 1 ਹੈ, ਠੀਕ ਹੈ, 1 ਹੈ, ਤਾਂ ਕਰਕੇ x ਦਾ ਚੱਲ ਕਿੰਨਾ ਬਣੂਗਾ, 1 ਬਣੂਗਾ। ਤਾਂ ਕਰਕੇ ਕਈ ਵਾਰ ਅਗਰ ਸਾਨੂੰ ਇੰਨਾ ਵੀ ਪਤਾ ਹੁੰਦਾ, ਅਸੀਂ ਆਪਸ਼ਨ ਬੀ ਲਾ ਆਉਣੇ ਆ, ਜੋ ਵੀ ਗਲਤ ਹੋ ਜਾਊਗਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਗੁਣਾਂਕ ਦੇ ਅੱਗੇ 1 ਤਾਂ ਹੈਗਾ, x ਦੇ ਅੱਗੇ 1 ਤਾਂ ਹੈਗਾ, ਸੋ 1 ਤਾਂ ਆਊਗਾ। ਹੁਣ 1 ਦੇ ਅੱਗੇ ਕੀ ਹੈ ਉਹ ਵੀ ਦੇਖੋ, ਜੇ ਮਾਈਨਸ ਹੈ ਤਾਂ ਮਾਈਨਸ ਨਾਲ ਲੈ ਕੇ ਆਓ, ਠੀਕ ਹੈ। ਸੋ ਇੱਥੇ ਕੀ ਆ ਗਿਆ ਜੀ, ਇਹਦਾ ਉੱਤਰ ਕਿੰਨਾ ਆ ਗਿਆ, -1 ਆ ਗਿਆ। ਸੋ x ਦਾ ਗੁਣਾਂਕ ਕਿੰਨਾ ਆਊਗਾ ਮੇਰੇ ਕੋਲ, -1। ਸੋ ਅਗਰ ਇਹੀ ਸਵਾਲ ਦੇ ਵਿੱਚ ਤੁਹਾਨੂੰ 22 ਦਾ ਪੁੱਛ ਲੈਂਦੇ ਦੇਖੋ, ਤਾਂ 22 ਦੇ ਅੱਗੇ ਕੁਝ ਵੀ ਨਹੀਂ ਤਾਂ 1 ਹੈ, ਠੀਕ ਹੈ। 1 ਦੇ ਅੱਗੇ ਜੋੜ ਹੈ, ਜੋੜ ਤਾਂ ਅਸੀਂ ਸਾਨੂੰ ਪਾਉਣ ਦੀ ਲੋੜ ਨਹੀਂ ਹੁੰਦੀ, ਮਾਈਨਸ ਸਾਨੂੰ ਜ਼ਰੂਰ ਪਾਉਣੀ ਪੈਂਦੀ ਹੈ ਜੇ ਹੋਵੇ ਤਾਂ। 22 ਦਾ ਗੁਣਾਂਕ ਕਿੰਨਾ ਆਊਗਾ ਜੀ, 1 ਆਊਗਾ 22 ਦਾ ਗੁਣਾਂਕ, ਠੀਕ ਹੈ। ਸੋ ਹੋਪਫੁਲੀ ਕਿ ਤੁਹਾਨੂੰ ਕੁਐਸਚਨ ਸਮਝ ਆ ਗਿਆ ਹੋਊਗਾ। ਸੋ ਇਹਦਾ ਰਾਈਟ ਆਨਸਰ ਹੈ ਜੀ ਆਪਸ਼ਨ ਏ। ਸੋ ਕੁਐਸਚਨ ਨੰਬਰ 62, ਹੇਠ ਲਿਖਿਆ ਵਿੱਚੋਂ ਕਿਹੜੇ ਸਮਾਨ ਪਦ ਹਨ। ਇਹ ਬੜਾ ਇੰਪੋਰਟੈਂਟ ਜਿਹਾ ਕੁਐਸਚਨ ਹੈ ਕਿ ਕਿਹੜੇ ਸਮਾਨ ਪੁੱਛੇ ਨੇ, ਹਨਾ। ਸਮਾਨ ਮਤਲਬ ਸਮਾਨ ਤੇ ਅਸੀਂ ਦੋ ਚੀਜ਼ਾਂ ਦੇਖਣੀਆਂ ਨੇ, ਇੱਕ ਚੱਲ ਦੇਖਣੀ ਹੈ, ਇੱਕ ਘਾਤ ਦੇਖਣੀ ਹੈ, ਠੀਕ ਹੈ। ਸੋ ਦੇਖ ਲਓ, ਪਹਿਲੇ ਦੇ ਵਿੱਚ ਤਾਂ x ਤੇ y ਅਲੱਗ-ਅਲੱਗ ਆ ਗਏ ਭਾਈ, ਇਹ ਤਾਂ ਨਹੀਂ ਹੋ ਸਕਦਾ। ਅਗਰ ਆਪਾਂ c ਦੇ ਵਿੱਚ ਦੇਖੀਏ, ਇੱਥੇ ਵੀ x y, ਇੱਥੇ x a ਵੀ ਨਹੀਂ ਹੋ ਸਕਦਾ। ਇਹਦੇ ਵਿੱਚ ਦੇਖੀਏ y ਹੈ, y x ਹੈ, ਇਹ ਵੀ ਨਹੀਂ ਹੋ ਸਕਦਾ। ਸੋ ਇੱਥੇ ਦੇਖੋ, ਇਹਨਾਂ ਦੋਨਾਂ ਦੇ ਪਿੱਛੇ ਜੋ ਪਿੱਛੇ ਅਚਲ ਹੈ, ਸਿਰਫ ਉਹ ਦੇਖਣਾ, ਉਹ x ਹੈ। ਇਹਨਾਂ ਦੀ ਘਾਤ ਵੀ ਬਰਾਬਰ ਹੈ, ਠੀਕ ਹੈ, ਦੋਨੇ ਇੱਕ ਇੱਕ x ਹੈ, ਤਾਂ ਕਰਕੇ ਸਮਾਨ ਪਦ ਕਿਹੜਾ ਹੋ ਗਿਆ ਮੇਰਾ, ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਫॉर ਕੁਐਸਚਨ ਨੰਬਰ 62। ਸੋ ਦੇਖੋ, ਡੀਪ ਸਮਝਣ ਨਾਲ ਦੇਖੋ ਇੰਨਾ ਜ਼ਿਆਦਾ ਬੈਨੀਫਿਟ ਹੁੰਦਾ ਹੈ ਕਿ ਅਗਰ ਤੁਸੀਂ ਡੀਪ ਨਾ ਸਮਝਿਆ ਹੁੰਦਾ ਨਾ, ਤਾਂ 61 ਵਾਲਾ ਕੁਐਸਚਨ ਜਲਦੀ ਜਲਦੀ ਕਿਸੇ ਤੋਂ ਠੀਕ ਨਹੀਂ ਹੁੰਦਾ। ਸੋ ਅਗਰ ਡੀਪ ਸਮਝ ਕੇ ਅਸੀਂ 5 ਮਿੰਟ ਆਪਾਂ ਨੂੰ ਥੋੜੇ ਜ਼ਿਆਦਾ ਲੱਗ ਜਾਣਗੇ, ਸੋ ਮੇਰੇ ਅਕੋਰਡਿੰਗ ਇਹਦਾ ਕੋਈ ਫਰਕ ਨਹੀਂ ਹੁੰਦਾ, ਪਰ ਇਹਦੇ ਨਾਲ ਜੋ ਲਰਨਿੰਗ ਹੈ ਆਪਣੀ, ਠੀਕ ਹੈ, ਉਹ ਮਤਲਬ ਜ਼ਿਆਦਾ ਲੰਬੇ ਸਮੇਂ ਤੱਕ ਆਪਣੇ ਨਾਲ ਰਹਿੰਦੀ ਹੈ ਜੇ ਆਪਾਂ ਥੋੜਾ ਜਿਹਾ ਸਮਝ ਕੇ ਚੱਲਾਂਗੇ। ਸੋ ਮੈਥ ਦੇ ਵਿੱਚ ਇੱਕ ਹੋ ਵੀ ਬਣਿਆ ਹੋਇਆ ਜੀ ਕਿ ਹਾਲਾਂਕਿ ਮੈਂ ਮੈਥਮੈਟਿਕਸ ਟੀਚਰ ਨਹੀਂ ਹੈਗਾ, ਠੀਕ ਹੈ, ਮੈਂ ਸਾਇੰਸ ਟੀਚਰ ਹਾਂਗਾ, ਬਟ ਫਿਰ ਵੀ ਇੱਕ ਥਿਊਰੀ ਤੇ ਥੋੜਾ ਜਿਹਾ ਘੱਟ ਫੋਕਸ ਕੀਤਾ ਜਾਂਦਾ, ਡਾਇਰੈਕਟ ਸਵਾਲਾਂ ਤੇ ਲੈ ਆਉਣੇ ਅਸੀਂ ਬੱਚੇ ਨੂੰ। ਪਰ ਮੇਰੇ ਅਕੋਰਡਿੰਗ ਇੱਕ ਵਾਰ ਬੱਚੇ ਨੂੰ ਅਸੀਂ ਸਾਰਾ ਕੁਝ ਸਮਝਾ ਦਈਏ ਅੱਗੇ ਤੋਂ, ਹਨਾ, ਜਿਵੇਂ ਬਾਕੀ ਬੁੱਕਸ ਦੇ ਵਿੱਚ ਆਪਾਂ ਸਮਝਾਉਣੇ ਆ ਬੱਚੇ ਨੂੰ, ਤਾਂ ਮੇਰੇ ਖਿਆਲ ਨਾਲ ਮੈਥ ਵੀ ਮਤਲਬ ਇਦਾਂ ਦਾ ਨਹੀਂ ਹੈਗਾ ਕਿ ਬੱਚੇ ਸਵਾਲ ਆਪਣੇ ਆਪ ਹੀ ਕਰ ਲੈਣਗੇ ਮੇਰੇ ਅਕੋਰਡਿੰਗ। ਸੋ ਜ਼ਿਆਦਾ ਆਪਾਂ ਟੌਪਿਕ ਤੋਂ ਨਹੀਂ ਭਟਕਦੇ ਹੈਗੇ, ਆਪਾਂ ਇੱਥੇ ਆ ਜਾਂਦੇ ਹਾਂ 61 ਕੁਐਸਚਨ ਤੇ। ਸੋ ਇਹਦੇ ਵਿੱਚ ਇਦਾਂ ਦਾ ਕੁਐਸਚਨ ਆਪਾਂ ਨੂੰ ਪਹਿਲਾਂ ਤਾਂ ਮੈਂ ਦੱਸ ਦਿਆਂ ਕਿ 2023 ਦੇ ਵਿੱਚ ਆਇਆ ਹੋਇਆ, ਠੀਕ ਹੈ। ਇਸ ਤਰੀਕੇ ਦਾ ਕੁਐਸਚਨ ਆਪਾਂ ਨੂੰ 2023 ਦੇ ਵਿੱਚ ਰੀਸੈਂਟ ਹੀ ਆਇਆ ਹੋਇਆ। ਸੋ ਇਦਾਂ ਦੇ ਕੁਐਸਚਨ ਆਪਾਂ ਨੂੰ ਪੇਪਰ ਦੇ ਵਿੱਚ ਆਉਂਦੇ ਨੇ। ਉਹ ਘਟਾਓ ਵਾਲਾ ਸੀ, ਪਹਿਲਾਂ ਆਪਾਂ ਜੋੜ ਵਾਲਾ ਕਰਾਂਗੇ। ਸੋ ਬੀਜਗਣਿਤ ਵਿਅੰਜਕ ਪਹਿਲਾ ਆ ਸੀ ਜੀ ਇੰਨਾ, ਦੂਜਾ ਆ ਸੀ ਇਹਨਾਂ ਨੂੰ ਜੋੜਨਾ। ਤਾਂ ਜੋੜਨ ਦਾ ਕੰਮ ਦੇਖੋ ਬਿਲਕੁਲ ਸਿੰਪਲ ਹੈ, ਇੱਕ ਵਾਰ ਸਮਝ ਲਓ। ਸੋ 2x ਜੋੜ 3y -7z, ਮੈਂ ਪਹਿਲਾ ਵਿਅੰਜਕ ਲਿਖ ਲਿਆ ਇਹ ਵਾਲਾ। ਉਸ ਤੋਂ ਬਾਅਦ ਇਹਦੇ ਥੱਲੇ ਦੂਜਾ ਲਿਖ ਲਓ, ਹਨਾ, ਇਹਦੇ ਥੱਲੇ ਦੂਜਾ ਲਿਖ ਲਓ। ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਿਵੇਂ 3x ਹੈ, ਤਾਂ 3x ਜਿਹੜਾ ਹੈਗਾ ਉਹ ਉਹੀ ਟਰਮ ਦੇ ਨੀਚੇ ਲਿਖਣਾ ਜਿਹੜੀ ਇਹਦੇ ਵਰਗੀ ਹੈ। ਸੋ 3x ਵਰਗਾ ਕੌਣ ਹੈ, 2x।
सो 2x ਦੇ ਨੀਚੇ ਲਿਖ ਲਓ 3x। ਸੋ ਇਹ ਸਵਾਲ ਤਾਂ ਸਿੰਪਲ ਹੈ। 4y ਲਿਖੋ, 4y ਕਿਹਦੇ ਨੀਚੇ ਲਿਖੋਗੇ 3y ਦੇ ਨੀਚੇ, ਕਿਉਂਕਿ ਉਹਦੇ ਵਰਗਾ ਗਾ, ਕਿਉਂਕਿ ਇੱਕੋ ਜਿਹੀਆਂ ਇਕਾਈਆਂ ਨੂੰ ਅਸੀਂ ਜੋੜ ਘਟਾ ਸਕਦੇ ਹਾਂ। ਫਿਰ 8z ਕਿਹਦੇ ਨੀਚੇ ਲਿਖੋਗੇ, ਇੱਥੇ ਲਿਖ ਲਓ ਪਲੱਸ ਹੈ 8z, ਹੈ ਨਾ। ਬਸ ਇਹਨਾਂ ਨੂੰ ਆਹੀਂ ਲਿਖ ਲਿਆ ਤੇ ਅੱਗੇ ਜੋੜ ਦਾ ਨਿਸ਼ਾਨ ਪਾ ਕੇ ਜੋੜ ਕਰ ਦਿਓ, ਹਨਾ, ਜਿਵੇਂ ਅਸੀਂ ਕਰਦੇ ਰਹਿਣੇ ਐਵੇਂ ਵੀ। ਬਸ ਐਡ ਹੀ ਕਰਨਾ ਆਪਾਂ, ਹੋਰ ਕੁਝ ਨਹੀਂ ਕਰਨਾ। ਬੈਕ ਤੋਂ ਲੱਗ ਜਾਓ। ਦੇਖੋ Z ਹੈ, ਆ ਵੀ Z ਹੈ, ਸੋ ਇੱਕੋ ਜਿਹੀਆਂ ਇਕਾਈਆਂ ਨੂੰ ਆਪਾਂ ਜੋੜ ਸਕਦੇ ਹਾਂ। ਮੈਂ ਕਹਾ ਕਿ ਕਿਸੇ ਕੋਲ 2 ਕਿਲੋ ਸੇਬ ਨੇ, ਠੀਕ ਹੈ, ਤੇ ਦੂਜੇ ਪਰਸਨ ਕੋਲੇ ਹੈਗੇ ਨੇ 7 ਕਿਲੋ, ਤਾਂ ਆਪਾਂ ਜੋੜ ਸਕਦੇ ਹਾਂ। ਜੇ ਮੈਂ ਕਹਾਂ ਕਿਸੇ ਕੋਲੇ 2 ਕਿਲੋ ਸੇਬ ਨੇ, 7 ਲੀਟਰ ਦੁੱਧ ਹੈ, ਠੀਕ ਹੈ, ਕਿਉਂਕਿ ਦੋਨਾਂ ਦੀਆਂ ਇਕਾਈਆਂ ਸੇਮ ਨਹੀਂ ਹੈਗੀਆਂ, ਦੋਨੇ ਅਲੱਗ-ਅਲੱਗ ਚੀਜ਼ਾਂ ਨੇ, ਤਾਂ ਉਹਨਾਂ ਦੇ ਵਿੱਚ ਆਪਾਂ ਪਲੱਸ ਨਹੀਂ ਕਰ ਸਕਦੇ ਉਸ ਕੇਸ ਦੇ ਵਿੱਚ। ਸੋ ਇੱਥੇ Z ਵਾਲੇ ਥੱਲੇ ਤਾਂ ਹੀ ਮੈਂ Z ਰੱਖਿਆ, y ਦੇ ਥੱਲੇ y, x ਦੇ ਥੱਲੇ x, ਠੀਕ ਹੈ। ਤੁਸੀਂ ਆਪਦੀ ਸਮਝ ਅਕੋਰਡਿੰਗ ਰੱਖਣਾ ਹੈਗਾ। ਹੁਣ ਇੱਥੇ ਦੇਖੋ ਧਿਆਨ ਨਾਲ, ਤਾਂ ਥੋੜਾ ਜਿਹਾ ਆਪਾਂ ਸਕੈਚ ਚੇਂਜ ਕਰ ਲੈਂਦੇ ਹਾਂ ਤਾਂ ਕਿ ਤੁਹਾਨੂੰ ਸਮਝਣ 'ਚ ਈਜ਼ੀ ਹੋਵੇ। ਤਾਂ 7 ਦੇਖੋ ਘਟਾਓ ਦਾ ਇੱਥੇ, ਹੈ ਨਾ, ਆਲਾ 7 ਕਾਹਦਾ ਹੈਗਾ ਘਟਾਓ ਦਾ, ਆਲਾ 8 ਕਾਹਦਾ ਹੈਗਾ ਜੋੜ ਦਾ। ਸੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਸਟਾਰਟਿੰਗ ਵਾਲੀਆਂ ਕਲਾਸਾਂ ਦੇ ਵਿੱਚ ਕਿ ਅਗਰ ਇੱਕ ਜੋੜ ਦਾ ਹੋਵੇ, ਇੱਕ ਘਟਾਓ ਦਾ ਹੋਵੇ, ਤਾਂ ਘਟਾਓ ਹੁੰਦੀ ਹੈ ਹਮੇਸ਼ਾ, ਹਮੇਸ਼ਾ ਘਟਾਓ ਹੁੰਦੀ ਹੈ। ਤਾਂ 8 ਦੇ ਵਿੱਚੋਂ 7 ਘਟਾ ਦਿਓ, ਵੱਡੀ ਰਕਮ ਚੋਂ ਛੋਟੀ ਰਕਮ ਘਟਾ ਦਿਓ, ਤਾਂ 8 ਚੋਂ 7 ਘਟਾ ਕੇ ਕਿੰਨਾ ਬਚਿਆ ਜੀ, ਮੇਰੇ ਕੋਲ 1 ਬਚਿਆ। ਹੁਣ 1 ਦੇ ਅੱਗੇ ਨਿਸ਼ਾਨ ਕਾਹਦਾ ਹੋਊਗਾ, ਜੋੜ ਦਾ ਜਾਂ ਘਟਾਓ ਦਾ, ਜਿਹੜੀ ਰਕਮ ਵੱਡੀ ਹੈ ਜੋ ਉਹਦੇ ਅੱਗੇ ਨਿਸ਼ਾਨ ਹੈ। ਸੋ 8 ਦੇ ਅੱਗੇ ਨਿਸ਼ਾਨ ਜੋੜ ਦਾ, ਸੋ 1 ਦੇ ਅੱਗੇ ਵੀ ਜੋੜ ਦੀ ਆਊਗਾ, ਠੀਕ ਹੈ ਜੀ। ਪਿੱਛੇ ਕੀ ਆ ਜਾਊਗਾ ਫਿਰ, Z, ਪਿੱਛੇ ਤਾਂ ਉਹੀ 1 Z ਰਹਿਣਾਗਾ। ਤਾਂ ਕਰਕੇ ਦੇਖੋ 8 ਚੋਂ 7 ਕੱਢੇ, ਇੱਕੋ ਵੀ ਜੋੜਦਾ ਨਾਲ Z। ਹੁਣ ਆਪਾਂ ਨੂੰ ਪਤਾ ਕਿ 1 ਆਪਾਂ ਲਿਖਦੇ ਨਹੀਂ ਹੁੰਦੇ, ਆਪਾਂ ਸਿੱਧਾ ਇਹਨੂੰ ਕੀ ਲਿਖੂੰਗਾ, ਮੈਂ Z ਹੀ ਲਿਖੂੰਗਾ। Z ਦੇ ਅੱਗੇ 1 ਪਾਉਣ ਦੀ ਮੈਨੂੰ ਕੋਈ ਲੋੜ ਨਹੀਂ ਹੈਗੀ, ਕਿਉਂਕਿ ਅੰਡਰਸਟੂਡ ਹੈ, ਇੱਕੋ ਹੀ Z ਹੈ ਇਹ। ਅੱਗੇ ਆ ਦੋਨੇ ਦੇਖੋ ਪਲੱਸ ਦੀ ਨੇ, ਆਪਾਂ ਨੂੰ ਕੋਈ ਟੈਨਸ਼ਨ ਨਹੀਂ, ਦੋਨੇ ਪਲੱਸ ਦੇ ਨੇ, ਜੋੜ ਕਰ ਦਿਓ, 4 ਤੇ 3 7 ਹੋ ਗਏ, 7y ਆ ਗਿਆ, ਸਿੰਪਲ ਜਿਹਾ ਕੰਮ ਹੈ। ਪਲੱਸ ਇੱਥੇ ਵੀ ਪਲੱਸ ਆਊਗਾ, ਆ ਦੋਨੇ ਵੀ ਜੋੜਦੇ ਨੇ, ਸੋ 3 ਤੇ 2 5 ਹੋ ਗਏ, ਤਾਂ 5x ਬਣ ਗਿਆ। ਸੋ ਇਹਦਾ ਉੱਤਰ ਕਿੰਨਾ ਆ ਗਿਆ ਜੀ, 5x ਜੋੜ 7y ਜੋੜ Z। ਸੋ ਪਹਿਲਾ ਸਵਾਲ ਤਾਂ ਮੈਂ ਤੁਹਾਨੂੰ ਡੈਮੋ ਦੇ ਲਈ ਜਮਾ ਸਿੰਪਲ ਜਿਹਾ ਦਿੱਤਾ। ਉਸ ਤੋਂ ਬਾਅਦ ਆਪਾਂ ਰੀਸੈਂਟ ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਵੀ ਡਿਸਕਸ ਕਰਾਂਗੇ। ਹਾਂਜੀ, ਹੁਣ ਇਦਾਂ ਦੀ ਕੁਐਸਚਨ ਆਪਾਂ ਘਟਾਓ ਵਾਲਾ ਵੀ ਦੇਖਦੇ ਹਾਂ, ਕਿਉਂਕਿ ਪੇਪਰ ਦੇ ਵਿੱਚ ਆਪਾਂ ਨੂੰ ਘਟਾਓ ਵਾਲਾ ਕੁਐਸਚਨ ਆਇਆ ਸੀ, ਜਿਹਨੂੰ ਮੈਂ ਅਗਲੀ ਸਲਾਈਡ ਤੇ ਹੀ ਡਿਸਕਸ ਕਰੂੰਗਾ। ਸੋ ਪਹਿਲਾਂ ਘਟਾਓ ਦੇਖੋ ਕਿਵੇਂ ਕਰਨੀ ਹੈ। ਘਟਾਓ ਵਾਲਾ ਕੁਐਸਚਨ ਸਾਨੂੰ ਪਹਿਲੀ ਗੱਲ ਤਾਂ ਸਮਝ ਹੀ ਨਹੀਂ ਆਉਂਦਾ ਕਿ ਕਿਹਦੇ ਵਿੱਚੋਂ ਕੀ ਘਟਾਉਣਾ ਹੈ। ਸੋ ਦੇਖੋ ਪਹਿਲੀ ਰਕਮ ਲਿਖੀ ਹੈ 3 ਦੀ ਘਾਤ 3a ਦੀ ਪਾਵਰ 2 ਘਟਾਓ b ਦੀ 3 ਪਲੱਸ 5c ਘਟਾਓ 1 ਨੂੰ, ਠੀਕ ਹੈ, ਨੂੰ ਮਤਲਬ ਪਹਿਲੀ ਰਕਮ ਨੂੰ ਕਿਹਦੇ ਵਿੱਚੋਂ ਘਟਾਉਣਾ ਹੈ, ਦੂਜੀ ਦੇ ਵਿੱਚੋਂ, ਜੋ ਕਿ ਆ ਗਈ ਹੈ ਨਾ, 2 ਵਾਲੀ 3 ਵਾਲੀ 7 ਵਾਲੀ ਆਹ ਵਾਲੀ ਰਕਮ। ਸੋ ਜਿਹਦੇ ਵਿੱਚੋਂ ਘਟਾਉਣੇ ਨਾ ਉਹ ਉੱਪਰ ਲਿਖੋ ਜੀ। ਇਹਦਾ ਮਤਲਬ ਮੈਂ 2a ਦੀ ਘਾਤ 2 ਜੋੜ 3b ਦੀ 3 ਮਾਈਨਸ 7c ਜੋੜ 2, ਇਹ ਮੈਂ ਉੱਤੇ ਲਿਖੂੰਗਾ ਕਿਉਂਕਿ ਪਹਿਲੀ ਨੂੰ ਦੂਜੀ ਵਿੱਚੋਂ ਘਟਾਉਣਾ ਹੈ। ਸੋ ਮੈਂ ਉੱਪਰ ਦੂਜੀ ਲਿਖ ਲਈ। ਹੁਣ ਇਹਦੇ ਨੀਚੇ ਲਿਖੋ ਪਹਿਲੀ, ਠੀਕ ਹੈ। ਸੋ 3a ਦੀ 2 3a ਦੀ 2 ਮਾਈਨਸ b ਦੀ 3 ਜੋੜ 5c ਘਟਾਓ 1, ਇਹ ਮੈਂ ਲਿਖ ਲਈ। ਹੁਣ ਦੋਨਾਂ ਦੀ ਮਾਈਨਸ ਕਰਨੀ ਹੈ। ਦੇਖੋ ਹੁਣ ਇੱਥੇ ਧਿਆਨ ਨਾਲ ਇੱਕ ਗੱਲ ਜ਼ਰੂਰ ਨੋਟ ਕਰਨੀ ਹੈ, ਥੋੜਾ ਜਿਹਾ ਇੱਥੇ ਧਿਆਨ ਦੇਣਾ ਪਊਗਾ ਘਟਾਓ ਵਾਲੇ ਕੇਸ ਦੇ ਵਿੱਚ, ਕਿ ਜਦੋਂ ਤੁਸੀਂ ਘਟਾਓ ਕਰਨੀ ਹੈ ਨਾ, ਜੋੜ ਤਾਂ ਆਪਾਂ ਡਾਇਰੈਕਟ ਹੀ ਕਰਤਾ, ਤਾਂ ਜੋ ਥੱਲੇ ਵਾਲੀਆਂ ਰਕਮਾਂ ਨੇ ਉਹਨਾਂ ਦੇ ਨਿਸ਼ਾਨ ਬਦਲ ਜਾਓ, ਕਿਉਂਕਿ ਆਪਾਂ ਅੱਗੇ ਘਟਾਓ ਲਾਤੀ, ਠੀਕ ਹੈ, ਅੱਗੇ ਘਟਾਓ ਲਾਤੀ ਤਾਂ ਅਗਲੇ ਸਭ ਦੇ ਨਿਸ਼ਾਨ ਬਦਲ ਜਾਓ ਜੀ। ਸੋ ਜੋ ਇਹ b ਦੀ 3 ਦੇ ਅੱਗੇ ਘਟਾਓ ਦਾ ਨਿਸ਼ਾਨ ਸੀ, ਜੋੜ ਦਾ ਆ ਗਿਆ, ਆਲਾ ਜੋੜ ਦਾ ਸੀ ਘਟਾਓ ਦਾ ਆ ਗਿਆ, ਆਲਾ ਘਟਾਓ ਦਾ ਸੀ ਜੋੜ ਦਾ ਆ ਗਿਆ। ਇਹ ਤੁਸੀਂ ਨਿਸ਼ਾਨ ਖੁਦ ਚੇਂਜ ਕਰਨੇ ਨੇ ਘਟਾਓ ਵਾਲੇ ਕੇਸ ਦੇ ਵਿੱਚ। ਸੋ ਹੁਣ ਚਲੋ ਆਪਾਂ ਇਹਨਾਂ ਦੀ ਘਟਾਓ ਕਰ ਲੈਂਦੇ ਹਾਂ। ਸੋ ਘਟਾਓ ਕਰਕੇ ਦੇਖੋ 2 ਜੋੜ ਦਾ 1 ਵੀ ਜੋੜ ਦਾ, ਹਨਾ, ਤਾਂ ਕਿੰਨਾ ਆ ਗਿਆ ਜੀ 3 ਆ ਗਿਆ। ਤਾਂ ਹੁਣ 1 ਘਟਾਓ ਦਾ ਨਹੀਂ, ਹੁਣ 1 ਜੋੜ ਦਾ ਗਿਆ ਇਸ ਕੇਸ ਦੇ ਵਿੱਚ, ਤੇ ਇਹਦਾ ਸਿੰਪਲ ਜਿਹਾ ਆਨਸਰ ਆ ਗਿਆ 3 ਆ ਗਿਆ। ਉਸ ਤੋਂ ਬਾਅਦ ਮੈਂ ਅੱਗੇ ਲਿਖੂੰਗਾ ਦੇਖੋ ਪਲੱਸ, ਕਿਉਂਕਿ ਦੋਨੇ ਪਲੱਸ ਤੇ ਸੀ। ਹੁਣ 7 ਵੀ ਘਟਾਓ ਦਾ 5 ਵੀ ਘਟਾਓ ਦਾ, ਧਿਆਨ ਨਾਲ ਨੋਟ ਕਰੋ, ਇੱਥੇ ਪਿੱਛੇ ਦਾ c ਹੈ, 7 ਵੀ ਘਟਾਓ ਦਾ 5 ਵੀ ਘਟਾਓ ਦਾ। ਸੋ ਅਗਰ ਦੋਨੋਂ ਘਟਾਓ ਦੇ ਹੋਣ ਤਾਂ ਜੁੜ ਜਾਂਦੇ ਨੇ, ਇਹਦਾ ਮਤਲਬ 12 ਆ ਜਾਏਗਾ, ਤੇ ਆਨਸਰ ਵੀ ਘਟਾਓ ਦੀ ਆਏਗਾ। ਇਹ ਗੱਲਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ। ਸੋ 12c ਕਾਹਦਾ ਆ ਗਿਆ, ਉਹ ਵੀ ਘਟਾਓ ਦਾ। ਇਸ ਤੋਂ ਬਾਅਦ ਅੱਗੇ ਦੇਖੋ ਆ b ਦੇ ਅੱਗੇ ਕੁਛ ਨਹੀਂ, ਇਹਦਾ ਮਤਲਬ 1 ਹੈਗਾ। ਸੋ ਉੱਪਰ 3 ਵੀ ਜੋੜਦਾ b ਵੀ ਜੋੜਦਾ, ਸੋ 3 ਤੇ 1 4 b ਦੀ 3 4 b ਦੀ 3, ਇਸ ਤਰੀਕੇ ਨਾਲ। ਫਿਰ ਦੇਖੋ ਜੋੜ ਦਾ ਨਿਸ਼ਾਨ ਆ ਗਿਆ। ਹੁਣ ਇੱਥੇ ਧਿਆਨ ਦਿਓ ਥੋੜਾ ਜਿਹਾ, ਕਿਉਂਕਿ ਉੱਪਰਲਾ 2a ਦੀ ਘਾਤ 2a ਜੋੜਦਾ, ਇਹਦੇ ਅੱਗੇ ਕੋਈ ਨਿਸ਼ਾਨ ਨਹੀਂ ਦਾ ਮਤਲਬ ਜੋੜਦਾ, ਆ ਘਟਾਓ ਦਾ ਆ ਗਿਆ। ਸੋ ਹੁਣ 2 ਤਾਂ ਜੋੜਦਾ ਆ ਗਿਆ, ਠੀਕ ਹੈ, 3 ਘਟਾਓ ਦਾ ਆ ਗਿਆ। ਸੋ ਅਗਰ 1 ਜੋੜਦਾ 1 ਘਟਾਓ ਦਾ ਹੋਵੇ ਤਾਂ ਘਟਾਓ ਹੁੰਦੀ ਹੈ, ਵੱਡੇ ਚੋਂ ਛੋਟਾ ਘਟਾ ਦਿਓ, 3 ਚੋਂ 2 ਕੱਢੇ 1, 3 ਚੋਂ 2 ਕੱਢੇ ਆਜੂ 1। ਹੁਣ ਜਿਹੜਾ 1 ਹੈ ਨਾ ਉਹ ਵੀ ਘਟਾਓ ਦਾ ਆਊਗਾ, ਕਿਉਂਕਿ 3 ਘਟਾਓ ਦਾ ਸੀ। ਸੋ ਪਿੱਛੇ a ਦੀ 2 ਆ ਜਾਊਗਾ। ਹੁਣ ਇਹਨੂੰ ਮੈਂ ਦੇਖੋ ਕੱਲਾ ਕੀ ਲਿਖੂ, ਮੈਨੂੰ 1 ਲਿਖਣ ਦੀ ਲੋੜ ਨਹੀਂ, 1 ਆਪਾਂ ਲਿਖਦੇ ਨਹੀਂ ਹੁੰਦੇ, ਪਹਿਲਾਂ ਦੱਸਿਆ ਸੀ। ਸੋ ਇਹਨੂੰ ਮੈਂ ਡਾਇਰੈਕਟ ਲਿਖੂੰਗਾ ਮਾਈਨਸ a ਦੀ ਘਾਤ 2। ਸੋ ਮੇਰਾ ਆਨਸਰ ਕੀ ਆ ਗਿਆ,
ਮਾਈਨਸ a ਦੀ ਘਾਤ 2 ਜੋੜ 4b ਦੀ 3 ਘਟਾਓ 12c ਜੋੜ 3 ਇਜ਼ ਦਾ ਰਾਈਟ ਆਂਸਰ ਫॉर ਦਿਸ ਕੁਐਸਚਨ। ਹਾਂਜੀ ਹੁਣ ਆ ਜਾਂਦੇ ਆਪਾਂ ਮੇਨ ਕੁਐਸਚਨ ਤੇ। ਇਹੀ ਕੁਐਸਚਨ ਦੀ ਮੈਂ ਗੱਲ ਕਰ ਰਿਹਾ ਸੀ ਜੋ ਕਿ 2023 ਪੇਪਰ 1 ਦੇ ਵਿੱਚ ਆਇਆ ਹੋਇਆ। ਅਤੇ ਕਈ ਵਾਰ ਐਡਾ ਵੱਡਾ ਕੁਐਸਚਨ ਦੇਖਣ ਤੋਂ ਬਾਅਦ ਸਾਨੂੰ ਵੈਸੇ ਹੀ ਡਰ ਜਿਹਾ ਲੱਗਣ ਲੱਗ ਜਾਂਦਾ ਵੀ ਕਰਨਾ ਕੀ ਹੈ। ਇੱਕ ਤਾਂ ਇਹਦੇ ਵਿੱਚ ਇੰਗਲਿਸ਼ ਤੇ ਜਿਹੜੀ ਪੰਜਾਬੀ ਉਹਨੂੰ ਮਿਕਸ ਹੀ ਕਰਤਾ, ਤਾਂ ਕਰਕੇ ਥੋੜਾ ਜਿਹਾ ਕੰਪਲਿਕੇਟਡ ਲੱਗਦਾ ਹੈਗਾ। ਪਰ ਮੇਰੇ ਖਿਆਲ ਨਾਲ ਜਿੰਨਾ ਕੁ ਆਪਾਂ ਹੁਣ ਸਮਝ ਲਿਆ, ਹੁਣ ਆਪਾਂ ਨੂੰ ਇਸ ਤਰ੍ਹਾਂ ਦੇ ਕੁਐਸਚਨ ਤੋਂ ਡਰਨ ਦੀ ਕੋਈ ਲੋੜ ਨਹੀਂ। ਸੋ ਡਾਇਰੈਕਟ ਆਪਾਂ ਇੰਗਲਿਸ਼ ਜਾਂ ਪੰਜਾਬੀ ਦੇ ਵਿੱਚ ਤੁਸੀਂ ਰੀਡ ਕਰ ਸਕਦੇ ਹੋ। ਸੋ ਇਹਨਾਂ ਨੇ ਲਿਖਿਆ ਸਬਟਰੈਕਟ, ਸੋ ਘਟਾਉਣਾ ਆਪਾਂ ਕਿਹਨੂੰ, a ਵਾਲੀ ਰਕਮ ਨੂੰ 4p ਵਾਲੀ ਰਕਮ ਨੂੰ। ਸੋ ਜਿਹੜੀ ਪਹਿਲਾਂ ਰਕਮ ਲਿਖੀ ਹੈ ਉਹਨੂੰ ਫਰੋਮ, ਦੇਖੋ ਫਰੋਮ ਦਾ ਮਤਲਬ ਤੋਂ, ਕੀ ਤੋਂ ਘਟਾਉਣਾ, ਇਹਦੇ ਵਿੱਚੋਂ ਆ ਦੂਜੀ ਰਕਮ ਜਿਹੜੀ ਇੱਥੋਂ ਤੱਕ ਲਿਖੀ ਹੈ। ਇੱਥੋਂ ਤੱਕ ਇੰਗਲਿਸ਼ ਮੀਡੀਅਮ ਵਾਲਾ ਆਪਣਾ ਪਾਰਟ ਬਣਦਾ ਹੈਗਾ। ਸੋ ਇਸ ਤੋਂ ਬਾਅਦ ਪੰਜਾਬੀ ਦੇ ਵਿੱਚ ਤੁਸੀਂ ਨਾਲ ਦੀ ਨਾਲ ਰੀਡ ਕਰ ਸਕਦੇ ਹੋ, ਅੱਧਾ ਪੰਜਾਬੀ ਵਾਲਾ ਪਾਰਟ ਹੈ। ਸੋ ਪਹਿਲਾਂ 4p ਦੀ 2 q ਇਦਾਂ ਹੀ ਲਿਖਿਆ ਹੋਇਆ, ਵੱਡੀ ਟਰਮ ਹੈ। ਨੂੰ ਦੇਖੋ ਫਿਰ ਉਹੀ ਨੂੰ ਆ ਗਿਆ, 18 ਘਟਾਓ 3p ਇਹਦੇ ਵਿੱਚੋਂ ਘਟਾਉਣਾ ਹੈ ਹਨਾ। ਸੋ ਇਸ ਤਰੀਕੇ ਨਾਲ ਇਹਨਾਂ ਨੇ ਦਿੱਤਾ ਹੋਇਆ ਹੈਗਾ ਕਿ ਕਿਹਨੂੰ ਕਿਹਦੇ ਵਿੱਚੋਂ ਘਟਾਉਣਾ ਹੈਗਾ। ਸੋ ਇਸ ਤਰੀਕੇ ਨਾਲ ਤੁਸੀਂ ਜਿਹੜੀ ਹੈਗੀ ਆ ਪਲੱਸ ਮਾਈਨਸ ਕਰ ਸਕਦੇ ਹੋ ਆਪਣੇ ਅਕੋਰਡਿੰਗ। ਸੋ ਦੇਖੋ ਜਿਹਦੇ ਵਿੱਚੋਂ ਘਟਾਉਣਾ ਹੈ ਉਹਨੂੰ ਤਾਂ ਤੁਸੀਂ ਉੱਪਰ ਲਿਖ ਲਓ, ਜਿਹਦੇ ਵਿੱਚੋਂ ਘਟਾਉਣਾ ਹੈ ਉਹਨੂੰ ਤੁਸੀਂ ਪਹਿਲਾਂ ਲਿਖ ਲਓ। ਸੋ ਮੈਂ ਲਿਖ ਲਿਆ, ਦੇਖੋ 18 ਮਾਈਨਸ 3p ਮਾਈਨਸ 11q। ਧਿਆਨ ਨਾਲ ਇਹਨੂੰ ਕਰਕੇ ਦੇਖਣਾ। ਸੋ ਹੋ ਜਾਊਗਾ, ਅਗਰ ਤੁਸੀਂ ਕੰਸੈਪਟ ਨੂੰ ਥੋੜਾ ਜਿਹਾ ਧਿਆਨ ਨਾਲ ਸਮਝਿਆ ਹੋਇਆ, pq ਮਾਈਨਸ 2pq ਦੀ ਪਾਵਰ 2। ਠੀਕ ਹੈ, ਮਤਲਬ ਕੁਐਸਚਨ ਦੇਖੋ ਕਿੱਡਾ ਵੱਡਾ ਬਣਾਤਾ ਇਹਨਾਂ ਨੇ ਹਨਾ। ਇਦਾਂ ਕਿ ਵੱਡਾ ਬਣਾਤਾ ਕਿ ਡਰ ਜਿਹਾ ਲੱਗਦਾ ਹੋਊਗਾ ਮੇਬੀ ਸਟਾਰਟਿੰਗ ਤੇ ਕਿ ਕੀ ਹੋਊਗਾ ਇਹਦੇ ਵਿੱਚੋਂ। ਸੋ ਇਹ ਆਪਾਂ ਪਹਿਲਾਂ ਵੱਡੀ ਜਿਹੀ ਰਕਮ ਲਿਖ ਲਈ ਜਿਹੜੀ ਕਿ ਆਪਣੀ 1 2 3 4 5 6 ਪਦੀ ਹੈ। ਠੀਕ ਹੈ, ਹੁਣ ਇਹਦੇ ਵਿੱਚੋਂ ਕਿਹਨੂੰ ਘਟਾਉਣਾ ਉਹ ਲਿਖੋ। ਸੋ ਮੈਂ ਇਹਨੂੰ ਘਟਾਉਣਾ ਹੈ ਪਹਿਲੀ ਰਕਮ ਨੂੰ। ਸੋ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਤੁਸੀਂ ਐਂ ਦੇਖੋ ਵੀ 4p ਦੀ ਘਾਤ 2q ਕਿਹਦੇ ਵਰਗੀ ਰਕਮ ਹੈ ਇਹ। 4p ਦੀ ਘਾਤ q ਇਹ ਇਹਦੇ ਵਰਗੀ ਰਕਮ ਹੈ, ਉਹਨੂੰ ਉਹਦੇ ਥੱਲੇ ਲਿਖ ਲਓ ਬਿਲਕੁਲ। ਸੋ 4p ਦੀ ਘਾਤ 2q ਇਹਨੂੰ ਬਿਲਕੁਲ ਇਹਦੇ ਨੀਚੇ ਲਿਖਿਆ, ਮੈਂ ਧਿਆਨ ਨਾਲ ਨੋਟ ਕਰਿਓ ਇੱਥੇ। ਸੋ ਇਹਦੇ ਅੱਗੇ ਕੋਈ ਨਿਸ਼ਾਨ ਨਹੀਂ ਸੀ, ਇਹਦਾ ਮਤਲਬ ਪਲੱਸ ਦਾ ਨਿਸ਼ਾਨ ਹੈ। ਉਸ ਤੋਂ ਬਾਅਦ ਦੂਜੀ ਰਕਮ ਦੇਖੋ, ਦੂਜੀ ਹੈਗੀ ਆ 3pq ਘਟਾਓ ਦਾ। ਸੋ pq ਦੇਖੋ ਕਿੱਥੇ ਆ ਸੀ pq। ਸੋ ਇੱਥੇ ਇਹਦੇ ਥੱਲੇ ਲਿਖਿਓ 3pq। ਠੀਕ ਹੈ ਜੀ, ਇਹਦੇ ਅੱਗੇ ਨਿਸ਼ਾਨ ਪਾਓ ਘਟਾਓ ਦਾ, ਐਂ ਸੈੱਟ ਕਰ ਕਰ ਆਪਦੇ ਆਪ ਲਿਖਣਾਗਾ। ਫਿਰ ਦੇਖੋ 5pq ਦੀ ਘਾਤ 2 ਜੋੜ ਦਾ। ਸੋ ਆ ਸੀ ਇੱਥੇ ਜੋੜ ਦਾ 5pq ਦੀ ਘਾਤ 2, ਇਸ ਤਰੀਕੇ ਨਾਲ ਲਿਖੋ। ਉਸ ਤੋਂ ਬਾਅਦ 8p ਘਟਾਓ ਦਾ, ਆ ਸੀ 3p ਦੇ ਨੀਚੇ ਲਿਖੋ 8p ਮਾਈਨਸ ਦਾ, तो इस तरीके ਨਾਲ ਲਿਖਤਾ। ਉਸ ਤੋਂ ਬਾਅਦ 7q, ਸੋ 11q ਵਰਗਾ ਹੈਗਾ 7q ਲਿਖੋ ਕਾਦਾ ਜੀ ਵੀ ਜੋੜ ਦਾ, 7q ਹੈਗਾ ਜੋੜ ਦਾ। ਫਿਰ ਲਿਖੋ 10, ਸੋ 10 ਕਿਹਦੇ ਵਰਗਾ 18 ਵਰਗਾ। ਸੋ 10 ਦੇ ਅੱਗੇ ਕਾਦਾ ਨਿਸ਼ਾਨ ਹੈ ਘਟਾਓ ਦਾ। ਠੀਕ ਹੈ, 10 ਦੇ ਅੱਗੇ ਕਾਦਾ ਨਿਸ਼ਾਨ ਹੈ ਮਾਈਨਸ ਦਾ। ਸੋ ਇਹਨੂੰ ਆਪਾਂ ਇੱਥੇ ਲਿਖਤਾ ਇਸ ਕੇਸ ਦੇ ਵਿੱਚ। ਸੋ ਇੰਨਾ ਕਰਨ ਤੋਂ ਬਾਅਦ ਠੀਕ ਹੈ, ਹੁਣ ਆਪਾਂ ਜਿਹੜਾ ਆਨਸਰ ਹੈ ਉਹ ਦੇਖਣਾ ਕਿੰਨਾ ਆਊਗਾ। ਠੀਕ ਹੈ, ਪਹਿਲਾਂ ਆਪਾਂ ਟਰਮਾਂ ਨੂੰ ਸੈੱਟ ਕਰਕੇ ਲਿਖਤਾ। ਸੋ ਇਹਨਾਂ ਨੇ ਕਾਫੀ ਕਨਫਿਊਜ਼ਨ ਦੇ ਵਿੱਚ ਦਿੱਤਾ ਹੋਇਆ ਸੀ, ਉਹਨਾਂ ਨੂੰ ਪਹਿਲਾਂ ਤਾਂ ਆਪਾਂ ਸੈੱਟ ਕੀਤਾ। ਉਸ ਤੋਂ ਬਾਅਦ ਹੁਣ ਆਪਾਂ ਆਨਸਰ ਚੈੱਕ ਕਰਾਂਗੇ ਕਿ ਕੀ ਆਊਗਾ। ਸੋ ਜਦੋਂ ਘਟਾਉਣਾ ਹੋਵੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਹੈ ਕਿ ਭਾਈ ਨਿਸ਼ਾਨ ਬਦਲ ਦਿਓ। ਜਿਵੇਂ ਦੇਖੋ ਆਹ ਨਿਸ਼ਾਨ ਕਾਦਾ ਜੇ ਆਪਾਂ ਜਦੋਂ ਇਹਦੇ ਅੱਗੇ ਇੱਕ ਹੋਰ ਮਾਈਨਸ ਲਾਵਾਂਗੇ ਨਿਸ਼ਾਨ ਉਲਟਾ ਹੋ ਜਾਊਗਾ। ਕਾਦਾ ਹੋ ਜਾਊਗਾ, ਇਹ ਜੋੜ ਦਾ ਹੋ ਜਾਊਗਾ। ਠੀਕ ਹੈ ਜੀ, ਥੱਲੇ ਵਾਲੇ ਸਾਰੇ ਨਿਸ਼ਾਨ ਬਦਲ ਦਿਓ, ਜੋ ਘਟਾਓ ਦਾ ਜੋੜ ਦਾ ਕਰ ਦਿਓ, ਜੋ ਜੋੜ ਦਾ ਉਹਨੂੰ ਘਟਾਓ ਦਾ ਕਰ ਦਿਓ। ਸੋ ਇਹੀ ਗੱਲ ਆਪਾਂ ਕੀਤੀ ਸੀ। ਸੋ ਮੈਂ ਸਿਰਫ ਨਿਸ਼ਾਨ ਬਦਲਦਾ ਪਿਆ ਨੀਚੇ। ਨਿਸ਼ਾਨ ਬਦਲਤੇ, ਹੁਣ ਤੁਸੀਂ ਇਹਨੂੰ ਸੋਲਵ ਕਰਨਾ ਸਟਾਰਟ ਕਰ ਦਿਓ ਬੈਕ ਤੋਂ। ਸੋ ਪਹਿਲਾਂ ਦੇਖੋ ਪਿਛਲਾ ਤਾਂ ਸੇਮ ਹੀ ਹੈ, 5 ਜੋੜ ਦਾ 4 ਘਟਾਓ ਦਾ, 5 ਚੋਂ 4 ਕੱਢੇ 1 ਆ ਗਿਆ। ਸੋ 1 ਤਾਂ ਲਿਖਣ ਦੀ ਲੋੜ ਨਹੀਂ, ਇਹਦਾ ਮਤਲਬ ਸਿੱਧਾ p ਦੀ ਘਾਤ 2 ਆ ਗਿਆ। ਕਾਦਾ ਆ ਗਿਆ ਉਹ ਜੋੜ ਦਾ, ਕਿਉਂਕਿ 5 ਜੋੜ ਦਾ ਵੱਡਾ ਸੀਗਾ। ਉਸ ਤੋਂ ਬਾਅਦ ਦੇਖੋ 2 ਵੀ ਘਟਾਓ ਦਾ, 2 ਵੀ ਘਟਾਓ ਦਾ ਤੇ 5 ਵੀ ਘਟਾਓ ਦਾ। ਸੋ ਦੋਨੇ ਘਟਾਓ ਦੇ ਨੇ ਤਾਂ ਜੁੜ ਗਏ, 2 ਤੇ 5 7 ਹੋ ਗਏ, ਮਾਈਨਸ ਦਾ pq ਦੀ 2 ਆ ਗਿਆ। ਠੀਕ ਹੈ ਜੀ, ਉਸ ਤੋਂ ਬਾਅਦ ਦੇਖੋ 5 ਜੋੜ ਦਾ 3 ਜੋੜ ਦਾ, ਇਹਦਾ ਮਤਲਬ ਜੁੜ ਜਾਣਗੇ, 5 ਤੇ 3 8pq ਆ ਗਿਆ। ਠੀਕ ਹੈ, ਜੋੜ ਦਾ ਆ ਗਿਆ। ਉਸ ਤੋਂ ਬਾਅਦ 11 ਵੀ ਘਟਾਓ ਦਾ 7 ਵੀ ਘਟਾਓ ਦਾ, ਸੋ ਦੋਨੇ ਜੁੜਨਗੇ, 11 7 18 ਆ ਗਿਆ, 18q ਇਸ ਕੇਸ ਦੇ ਵਿੱਚ ਉਹ ਵੀ ਘਟਾਓ ਦਾ। ਉਸ ਤੋਂ ਬਾਅਦ 8 ਵੀ ਜੋੜ ਦਾ 3 ਘਟਾਓ ਦਾ। ਸੋ 3 ਘਟਾਓ ਦਾ ਦੇਖੋ ਧਿਆਨ ਨਾਲ, 8 ਜੋੜ ਦਾ ਇਦਾਂ ਕਰ ਲਿਆ ਕਰੋ ਅਗਰ ਨਹੀਂ ਪਤਾ ਲੱਗਦਾ। ਸੋ ਇੱਕ ਜੋੜ ਦਾ ਘਟਾਓ ਦਾ ਘਟਾਓ ਹੋਊਗੀ, 8 ਚੋਂ 3 ਕੱਢੇ 5 ਬਣੂਗਾ ਜੀ, 8 ਚੋਂ 3 ਕੱਢੇ 5 ਬਣੂਗਾ, 5p ਤੇ 5p ਕਾਹਦਾ ਬਣੂ ਜੋੜ ਦਾ, ਕਿਉਂਕਿ 8 ਵੱਡਾ ਸੀ। ਸੋ ਆ ਸਾਰਾ ਕੁਝ ਕਿਹੜੀ ਜੋੜ ਦੀ ਬਣੂ ਕਿਹੜੀ ਘਟਾਓ ਦੀ ਬਣੂ ਆਪਾਂ ਪਹਿਲਾਂ ਕਰ ਆਏ ਆ। ਹੁਣ 18 ਵੀ ਦੇਖੋ ਜੋੜ ਦਾ, 10 ਵੀ ਜੋੜ ਦਾ, 18 ਤੇ 10 28 ਹੋ ਗਏ। ਅੱਗੇ ਜੋੜ ਦਾ ਨਿਸ਼ਾਨ ਪਾਉਣ ਦੀ ਲੋੜ ਨਹੀਂ ਹੈਗੀ, ਅੰਡਰਸਟੂਡ ਹੈ ਕਿ ਹੈਗਾ। ਸੋ ਦੇਖੋ ਕਈ ਵਾਰ ਇੰਨਾ ਕਰਨ ਤੋਂ ਬਾਅਦ ਸਾਨੂੰ ਆਨਸਰ ਹੀ ਨਹੀਂ ਮਿਲਦਾ, ਸਾਨੂੰ ਐਂ ਲੱਗਦਾ ਕਿ 28 ਪਹਿਲਾਂ ਆ ਗਿਆ ਸਾਡਾ ਹਨਾ, 28 ਦਾ ਕਿਤੇ ਪਹਿਲਾਂ ਹੈ ਹੀ ਨਹੀਂ। ਦੇਖੋ ਆਨਸਰ ਇਹਨਾਂ ਨੇ ਉਲਟਾ ਕੇ ਦਿੱਤੇ ਨੇ।
ਸਭ ਤੋਂ ਪਹਿਲਾਂ ਦੇਖੋ p ਦੀ ਘਾਤ 2 ਕਿਹਦੇ ਵਿੱਚ ਹੈ ਜੀ, ਸਾਰੇ ਆਪਸ਼ਨਾਂ ਦੇ ਵਿੱਚ ਹੈ, p ਦੀ ਘਾਤ 2 q ਸਾਰਿਆਂ ਦੇ ਵਿੱਚ ਹੈ। ਉਸ ਤੋਂ ਬਾਅਦ ਆਪਣਾ ਕੀ ਆਇਆ, ਧਿਆਨ ਨਾਲ ਦੇਖੋ -7 pq ਦੀ ਘਾਤ 2। ਸੋ -7 ਪਹਿਲੀ ਦੇ ਵਿੱਚ ਤਾਂ ਹੈ ਨਹੀਂ, ਠੀਕ ਹੈ, ਇਹਦੇ ਵਿੱਚ ਵੀ ਹੈ, ਇਹਦੇ ਵਿੱਚ ਵੀ ਹੈ। ਸੋ ਪਹਿਲੀ ਆਪਸ਼ਨ ਦਾ ਮੇਰੀ ਹੋ ਗਈ ਨੈਗਲੈਕਟ। ਉਸ ਤੋਂ ਬਾਅਦ ਕੀ ਆਇਆ ਮੇਰਾ 8pq। ਸੋ 8pq ਇਹਦੇ ਵਿੱਚ ਨਹੀਂ ਹੈਗਾ, ਇਹ ਵੀ ਨੈਗਲੈਕਟ। ਸੋ 8pq ਮੇਰਾ c ਚ ਵੀ ਹੈ, d ਚ ਵੀ ਹੈ, ਇੱਥੋਂ ਤੱਕ ਸਹੀ ਜਾ ਰਿਹਾ ਆਪਣਾ ਕੰਮ। ਉਸ ਤੋਂ ਬਾਅਦ 8pq ਤੋਂ ਬਾਅਦ -18q। ਸੋ -18q ਦੇਖੋ ਦੋਨਾਂ ਦੇ ਵਿੱਚ ਹੀ ਹੈ ਹਜੇ ਵੀ। ਉਸ ਤੋਂ ਬਾਅਦ ਜੋੜ ਦਾ 5p। ਸੋ ਜੋੜ ਦਾ 5p ਵੀ ਮੇਰੇ ਖਿਆਲ ਨਾਲ ਸਾਰਿਆਂ ਦੇ ਵਿੱਚ ਹੀ ਹੈ। ਪਲੱਸ ਦਾ ਜੋ 5p ਹੈ ਉਹ ਵੀ ਸਾਰਿਆਂ ਦੇ ਵਿੱਚ ਹੀ ਹੈ, c ਦੇ ਵਿੱਚ ਵੀ ਹੈ, d ਦੇ ਵਿੱਚ ਵੀ ਹੈ। ਸੋ ਇਸ ਤੋਂ ਬਾਅਦ 28 ਆ ਗਿਆ ਜੀ। ਸੋ ਜਿਹੜਾ 28 ਹੈ ਦੇਖੋ ਇੱਥੇ ਧਿਆਨ ਨਾਲ ਚੇਂਜ ਆਇਆ। ਸੋ ਇਹਦੇ ਵਿੱਚ ਡੀ ਦੇ ਵਿੱਚ ਜਿਹੜਾ ਲਾਸਟ ਹੈ ਉਹ 18, ਉਹ 28 ਨਹੀਂ ਹੈਗਾ, ਕੀ ਹੈ ਜੀ ਇੱਥੇ 18, ਤਾਂ ਕਰਕੇ ਇਹ ਵੀ ਕੈਨਸਲ ਹੋ ਗਿਆ। ਸੋ 28 ਇਹਦੇ ਵਿੱਚ ਹੈ, ਤਾਂ ਕਰਕੇ ਮੇਰਾ ਰਾਈਟ ਆਨਸਰ ਕੀ ਬਣੇਗਾ ਜੀ, ਆਪਸ਼ਨ ਸੀ। ਸੋ ਆਪਸ਼ਨ ਸੀ ਇਜ਼ ਦਾ ਕਰੈਕਟ ਆਨਸਰ। ਸੋ ਦੇਖੋ ਪੇਪਰ ਦਾ ਲੈਵਲ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਹੋ ਗਿਆ ਹੁਣ ਕਿ ਤੁਹਾਨੂੰ ਕੰਸੈਪਟ ਸਮਝਣਾ ਪਊਗਾ। ਸੋ ਡਾਇਰੈਕਟ ਅਗਰ ਤੁਸੀਂ ਥੋੜਾ ਜਿਹਾ ਬਿਨਾਂ ਕੰਸੈਪਟ ਸਮਝੇ ਪੇਪਰ ਦੇ ਵਿੱਚ ਜਾਓਗੇ ਨਾ, ਫਿਰ ਥੋੜਾ ਜਿਹਾ ਤੁਹਾਨੂੰ ਜਿਹੜਾ ਹੈਗਾ ਔਖਾ ਹੋ ਜਾਣਾ, ਕਿਉਂਕਿ ਕਾਫੀ ਬੱਚਿਆਂ ਦਾ ਟੈਟ ਮੇ ਵੀ ਕਲੀਅਰ ਹੋ ਚੁੱਕਾ ਹੈਗਾ। ਤਾਂ ਕਰਕੇ ਹੁਣ ਜੋ ਲੈਵਲ ਹੈ ਜੀ ਉਹ ਵੀ ਪੇਪਰ ਦਾ ਤੁਹਾਨੂੰ ਇਦਾਂ ਦਾ ਹੀ ਦੇਖਣ ਨੂੰ ਮਿਲੂਗਾ ਜਿਵੇਂ ਆਪਾਂ ਨੂੰ ਪਿਛਲੇ ਸਾਲ ਮਿਲਿਆ ਸੀ। ਸੋ ਇੰਨਾ ਸੌਖਾ ਪੇਪਰ ਨਹੀਂ ਹੋਇਆ ਕਰਨਾ ਹੁਣ ਥੋੜਾ ਜਿਹਾ ਜੋ ਲੈਵਲ ਹੈ ਸਮਝ ਕੇ ਚੱਲੋ ਕਿ ਉਹ ਡਿਫਿਕਲਟ ਲੈਵਲ ਹੀ ਰਹਿਣ ਵਾਲਾ ਤੁਹਾਡੇ ਪੇਪਰ ਦਾ। ਹਾਂਜੀ, ਨੈਕਸਟ ਆਪਾਂ ਇੱਕ ਕਲਾਸ ਹੋਰ ਕੰਸੈਪਟ ਕਰਾਂਗੇ। ਹਾਲਾਂਕਿ ਅਲਜਬਰਾ, ਬੀਜਗਣਿਤ, ਵਿਅੰਜਕ ਬਹੁਤ ਵੱਡਾ ਟੌਪਿਕ ਹੈ, ਇਹਨੂੰ ਆਪਾਂ 2 ਕਲਾਸਾਂ 'ਚ ਕਵਰ ਕਰਾਂਗੇ। ਇੱਕ ਲਾਸਟ ਆਪਾਂ ਕੰਸੈਪਟ ਹੋਰ ਕਰ ਲੈਂਦੇ ਹਾਂ ਬਸ। ਸੋ ਕਈ ਵਾਰ ਨਾ ਆਪਾਂ ਨੂੰ ਕੋਈ ਵੀ ਸਮੀਕਰਨ ਦਿੱਤੀ ਹੁੰਦੀ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਦਿੱਤਾ 5n ਘਟਾਓ 2, ਕਿਉਂਕਿ ਇਹ ਵੀ ਆਪਾਂ ਨੂੰ ਕੁਐਸਚਨ 2023 ਚ ਆਇਆ ਹੋਇਆ ਹੈਗਾ। ਤਾਂ ਇਹਦੇ ਵਿੱਚ n ਦਾ ਮੁੱਲ 2 ਭਰਨਾ ਆਪਾਂ ਤੇ ਮੁੱਲ ਪਤਾ ਕਰਨਾ, ਕੋਈ ਬਹੁਤ ਕੰਮ ਨਹੀਂ ਹੈਗਾ। ਸੋ 5 ਅਤੇ n ਦੇ ਵਿੱਚ ਕੋਈ ਨਿਸ਼ਾਨ ਨਹੀਂ ਨਾ, ਇਹਦਾ ਮਤਲਬ ਕਾਹਦਾ ਨਿਸ਼ਾਨ ਹੈ ਜੀ, ਗੁਣਾ ਦਾ ਨਿਸ਼ਾਨ ਹੈ। ਸੋ ਜਿੱਥੇ n ਹੈ ਉੱਥੇ 2 ਭਰ ਦਿਓ। ਸੋ 5 ਗੁਣਾ 2 ਘਟਾਓ 2। ਸੋ 5 ਦੂਣੀ ਕਿੰਨੇ ਹੋ ਗਏ, ਇੱਥੇ 10 ਹੋ ਗਿਆ ਨਾ, 5 ਦੂਣੀ 10 ਘਟਾਓ 2 ਬਰਾਬਰ 8, ਤੇ ਮੇਰਾ ਸਹੀ ਆਨਸਰ ਕੀ ਆਊਗਾ, 8 ਆਊਗਾ। ਬਸ ਮੁੱਲ ਭਰਨਾਗਾ, ਹੋਰ ਕੁਝ ਨਹੀਂ ਕਰਨਾ ਆਪਾਂ। ਸੋ ਇਦਾਂ ਦੇ ਵੀ ਕੁਐਸਚਨ ਇਸ ਵਾਰ ਪੇਪਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ। ਇਹ ਵੀ ਬੀਜਗਣਿਤ ਵਿਅੰਜਕ ਦਾ ਹੀ ਪਾਰਟ ਹੈ, ਇੱਥੇ ਵੀ ਵਿਅੰਜਕ ਲਿਖਿਆ ਹੋਇਆ ਦੇਖੋ। ਪੈਂਡ ਕੁਐਸਚਨ ਆਪਾਂ ਦੇਖਦੇ ਹਾਂ 65। ਇਹਦੇ ਵਿੱਚ x ਦਾ ਮੁੱਲ ਕਿੰਨਾ ਭਰਨਾ, 1 ਭਰਨਾ। ਸੋ ਇਹਨੂੰ ਆਪਾਂ ਇੱਥੇ ਸੋਲਵ ਕਰ ਲੈਂਦੇ ਹਾਂ। 3x ਦੀ ਘਾਤ 2 ਘਟਾਓ 5x, ਠੀਕ ਹੈ ਜੀ, ਜੋੜ 6। ਸੋ x ਦਾ ਮੁੱਲ ਆਪਾਂ 1 ਭਰਨਾ। ਸੋ ਜਿੱਥੇ ਜਿੱਥੇ x ਹੈ ਨਾ, ਸੋ ਗੁਣਾ ਨੂੰ ਮੈਂ ਡਾਟ ਲਿਖ ਸਕਦਾ ਇੱਥੇ, ਇਦਾਂ ਵੀ ਮੈਂ ਲਿਖ ਸਕਦਾ, ਉੱਥੇ 1 ਭਰ ਦੋ। ਸੋ 5 ਗੁਣਾ ਦੀ ਜਗ੍ਹਾ ਤੇ ਇਦਾਂ ਡਾਟ ਦਾ ਨਿਸ਼ਾਨ ਪਾ ਲਓ, ਜੋੜ 6 ਜਾਂ ਪ੍ਰੋਪਰ ਗੁਣਾ ਪਾਉਣੀ ਹੈ ਗੁਣਾ ਪਾ ਲਓ, ਠੀਕ ਹੈ, ਤੁਹਾਡੇ ਤੇ ਡਿਪੈਂਡ ਕਰਦਾ ਟੋਟਲੀ। ਸੋ 3 ਨੂੰ 1 ਦਾ 1 ਦੀ ਘਾਤ 2 ਤਾਂ 1 ਹੀ ਰਹਿ ਜਾਂਦਾ ਜੀ, 5 ਨੂੰ 1 ਨਾਲ ਗੁਣਾ ਕਰਾਂਗੇ 5 ਹੀ ਰਹਿ ਜਾਊਗਾ, ਜੋੜ 6, ਠੀਕ ਹੈ। ਇਸ ਤੋਂ ਬਾਅਦ ਕਿੰਨਾ ਆ ਗਿਆ ਦੇਖੋ ਧਿਆਨ ਨਾਲ, ਇਸ ਕੇਸ ਦੇ ਵਿੱਚ 3 ਏਕਮ 3 -5 ਜੋੜ 6, ਠੀਕ ਹੈ, ਇੰਨਾ ਆ ਗਿਆ। ਇਸ ਤੋਂ ਬਾਅਦ ਮੈਂ ਇੱਥੇ ਕਰ ਦਿੰਦਾ 3 ਤੇ 6 ਜਿਹੜੇ ਹੈਗੇ ਨੇ ਜੋੜਦੇ ਨੇ, ਤਾਂ 3 ਤੇ 6 ਹੋ ਗਏ 9, 9 -5 ਕਿੰਨਾ ਆ ਗਿਆ, ਤੁਹਾਡਾ ਆਨਸਰ ਕਿੰਨਾ ਆ ਗਿਆ, 4। ਸੋ ਆਪਸ਼ਨ ਬੀ ਇਜ਼ ਦਾ ਕਰੈਕਟ ਆਨਸਰ ਫॉर ਦਿਸ ਪਾਰਟਿਕੂਲਰ ਕੁਐਸਚਨ। ਸੋ ਬਸ ਆਪਾਂ n ਦਾ x ਦਾ ਜੋ ਵੀ ਇਹਨਾਂ ਨੇ ਦਿੱਤਾ ਹੋਇਆ ਉਹਦਾ ਮੁੱਲ ਭਰਨਾ ਤੇ ਆਪਾਂ ਵੈਲਿਊ ਫਾਈਂਡ ਆਊਟ ਕਰਨੀ ਆ, ਬਸ ਇੰਨਾ ਕੰਮ ਹੈਗਾ। ਸੋ ਇਦਾਂ ਦੇ ਕੁਐਸਚਨ ਵੀ ਆਪਾਂ ਨੂੰ ਰੀਸੈਂਟਲੀ ਪੇਪਰ ਦੇ ਵਿੱਚ ਦੇਖਣ ਨੂੰ ਮਿਲੇ ਨੇ। ਹਾਂਜੀ, ਆਪਾਂ ਇੱਕ ਹੋਰ ਕੁਐਸਚਨ ਦੇਖ ਲੈਂਦੇ ਹਾਂ। ਆਪਣਾ 2023 ਦਾ ਕੁਐਸਚਨ ਹੈ, ਵੀ ਪੇਪਰ 1 ਦਾ ਕੁਐਸਚਨ ਹੈ, ਠੀਕ ਹੈ। ਸੋ ਇਹ ਆਪਣਾ ਇਹੀ ਵੈਲਿਊ ਪੁੱਟ ਕਰਨ ਤੇ ਹੈ। ਸੋ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਬੇਨਤੀ ਹੈ ਜੀ, ਜੇ ਵੀਡੀਓ ਵਧੀਆ ਲੱਗ ਰਹੀ ਹੈ, ਥੋੜੀ ਲੰਬੀ ਕਲਾਸ ਜ਼ਰੂਰ ਹੋ ਜਾਂਦੀ ਹੈ, ਹਾਲਾਂਕਿ ਫਿਰ ਵੀ ਇਸ ਕਲਾਸ ਦੇ ਵਿੱਚ ਆਪਣਾ ਇਹ ਵਿਅੰਜਕ ਵਾਲਾ ਟੌਪਿਕ ਕੰਪਲੀਟ ਨਹੀਂ ਹੋਣਾ, ਐਟਲੀਸਟ ਵੱਡਾ ਟੌਪਿਕ ਹੈ, 2 ਕਲਾਸਾਂ ਚਾਹੀਦੀਆਂ ਨੇ। 2023 ਦੇ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਆਪਾਂ ਨੂੰ 4 ਕੁਐਸਚਨ ਆਏ ਹੋਏ ਨੇ, ਜੋ ਕਿ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਹੈਗਾ, ਤਾਂ ਕਰਕੇ ਇਹਨੂੰ ਆਪਾਂ 2 ਪਾਰਟ ਦੇ ਵਿੱਚ ਕਵਰ ਕਰਾਂਗੇ। ਸੋ ਪਹਿਲੇ ਪਾਰਟ ਦੇ ਵਿੱਚ ਆਪਾਂ ਜੋੜ ਤੇ ਘਟਾਓ ਹੀ ਕਵਰ ਕੀਤਾ, ਅਗਲੇ ਦੇ ਵਿੱਚ ਆਪਾਂ ਇਹਨਾਂ ਨੂੰ ਲੈ ਕੇ ਗੁਣਾ ਤੇ ਭਾਗ ਕਵਰ ਕਰਾਂਗੇ, ਕਿਉਂਕਿ ਇੱਕ ਕੁਐਸਚਨ ਆਪਾਂ ਨੂੰ ਗੁਣਾ ਤੇ ਇੱਕ ਭਾਗ ਤੇ ਵੀ ਆਇਆ ਹੋਇਆ ਹੈਗਾ। ਸੋ ਇਸ ਤਰੀਕੇ ਨਾਲ 4 ਕੁਐਸਚਨ ਆਪਣੇ ਕਵਰ ਹੋਏ ਨੇ 2023 ਦੇ ਵਿੱਚ। ਸੋ ਤੁਹਾਨੂੰ ਕਲਾਸ ਵਧੀਆ ਲੱਗ ਰਹੀ ਹੈ ਤਾਂ ਇਸ ਫ੍ਰੀ ਐਜੂਕੇਸ਼ਨ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਤੱਕ, ਰਿਸ਼ਤੇਦਾਰਾਂ ਤੱਕ, ਸਾਥੀਆਂ ਤੱਕ ਜ਼ਰੂਰ ਸ਼ੇਅਰ ਕਰੋ ਜੀ। ਵੱਧ ਤੋਂ ਵੱਧ ਗਰੁੱਪਸ ਦੇ ਵਿੱਚ ਜੋ ਵੀਡੀਓ ਹੈ ਉਹਨਾਂ ਦਾ ਲਿੰਕ ਜ਼ਰੂਰ ਸ਼ੇਅਰ ਕਰੋ, ਕਿਉਂਕਿ ਜਿੰਨੀ ਜ਼ਿਆਦਾ ਸ਼ੇਅਰਿੰਗ ਹੋਏਗੀ, ਜਿੰਨੇ ਤੁਸੀਂ ਦੇਖੋਗੇ, ਉਨੀ ਜ਼ਿਆਦਾ ਮੈਨੂੰ ਸਪੋਰਟ ਮਿਲੇਗਾ ਤੇ ਮੈਂ ਜ਼ਿਆਦਾ ਫਾਸਟ ਜਿਹੜੀਆਂ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਗਾ। ਕਲਾਸ ਵਧੀਆ ਲੱਗ ਰਹੀ ਹੈ ਤੈਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜ਼ਰੂਰ ਕਰ ਦਿਓ। ਐਂਡ ਵੱਧ ਤੋਂ ਵੱਧ ਮੈਂ ਫਿਰ ਉਹੀ ਕੋਈ ਗੱਲ ਕਹੂੰਗਾ ਕਿ ਵੱਧ ਤੋਂ ਵੱਧ ਇਸ ਫ੍ਰੀ ਐਜੂਕੇਸ਼ਨ ਨੂੰ ਵੱਧ ਤੋਂ ਵੱਧ ਸਾਥੀਆਂ ਤੱਕ ਸ਼ੇਅਰ ਕਰੋ, ਤਾਂ ਕਿ ਕੋਈ ਵੀ ਸਟੂਡੈਂਟ ਇਦਾਂ ਦਾ ਨਾ ਹੋਵੇ ਜੋ ਕਿ ਕਿਤੇ ਪੇ ਨਾ ਕਰ ਸਕਦਾ ਹੋਵੇ ਅਤੇ ਉਹ ਤਿਆਰੀ ਕਰਨੀ ਉਹ ਰਹਿ ਜੇ, ਹੈ ਨਾ। ਮਤਲਬ ਇਸ ਫ੍ਰੀ ਪਲੇਟਫਾਰਮ ਤੇ ਸਾਰੇ ਬੱਚੇ ਜੋ ਹੈ ਪ੍ਰੋਪਰ ਵੇ ਨਾਲ ਕੁਆਲਿਟੀ ਐਜੂਕੇਸ਼ਨ ਜਿਹੜੀ ਹੈਗੀ ਉਹ ਪ੍ਰਾਪਤ ਕਰ ਸਕਣ। ਸੋ ਚਲੋ ਆਪਾਂ ਕੁਐਸਚਨ ਕਰਦੇ ਹਾਂ ਜੀ 2023 ਵਾਲਾ। ਹਾਂਜੀ, ਹੁਣ ਆਪਾਂ ਇਸ ਕੁਐਸਚਨ ਨੂੰ ਦੇਖ ਲੈਂਦੇ ਹਾਂ। ਦਾ ਵੈਲਿਊ ਆਫ k ਇਫ
x माइनस 1 इज अ फैक्टर ऑफ px इज इक्वल टू kx ਦੀ ਘਾਤ 2 ਘਟਾਓ 3x ਜੋੜ x। ਇੱਥੋਂ ਤੱਕ ਤਾਂ ਦੇਖੋ ਇਹ ਇੰਗਲਿਸ਼ ਦੇ ਵਿੱਚ ਆ ਗਿਆ। ਆਪਾਂ ਪੰਜਾਬੀ ਦੇਖ ਲੈਂਦੇ, ਕਹਿੰਦੇ k ਦਾ ਮੁੱਲ ਪਤਾ ਕਰੋ ਜੇਕਰ x ਘਟਾਓ 1 ਜਿਹੜਾ ਹੈਗਾ ਉਹ px ਆ ਜੋ ਦਿੱਤੀ ਹੋਈ ਆਪਾਂ ਨੂੰ ਸਮੀਕਰਨ ਲਾ ਲਓ, ਵਿਅੰਜਕ ਲਾ ਲਓ, ਉਹਦਾ ਫੈਕਟਰ ਹੈਗਾ। ਠੀਕ ਹੈ, ਤਾਂ x ਦਾ ਮੁੱਲ ਪਤਾ ਕਰਨਾ। ਪਹਿਲਾਂ ਤਾਂ ਜੋ ਦਿੱਤਾ ਦੇਖੋ ਉਹ ਲਿਖ ਲੈਂਦੇ ਆਪਾਂ ਨੂੰ ਦਿੱਤਾ ਹੋਇਆ px, ਧਿਆਨ ਨਾਲ ਨੋਟ ਕਰੋ ਇੱਥੇ, ਇਜ਼ ਇਕੁਅਲ ਟੂ k x ਦੀ ਘਾਤ 2 ਘਟਾਓ 3x ਜੋੜ ਕੇ। ਸੋ ਇਹਦੇ ਵਿੱਚ ਦੇਖੋ ਫੈਕਟਰ ਥਿਊਰਮ ਲੱਗ ਰਹੀ ਹੈ ਇਸ ਤਰੀਕੇ ਨਾਲ। ਸੋ ਜਿਵੇਂ ਮੈਂ ਪਹਿਲਾਂ ਕਰਵਾਇਆ, ਆਪਾਂ ਵੈਲਿਊ ਪੁੱਟ ਕਰਕੇ ਆਨਸਰ ਪਤਾ ਕਰਨਾਗਾ। ਸੋ ਲਗਭਗ ਉਹਦੇ ਵਰਗਾ, ਮੈਂ ਜ਼ਿਆਦਾ ਕੰਪਲਿਕੇਟਡ ਨਹੀਂ ਕਰੂੰਗਾ, ਸਿੰਪਲ ਵੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਸੋ x ਘਟਾਓ ਇੱਕ ਫੈਕਟਰ ਹੈ ਨਾ, x ਘਟਾਓ ਇੱਕ ਫੈਕਟਰ ਹੈ ਇਹਦਾ, ਤਾਂ ਇਹਦੇ ਵਿੱਚ ਜੋ ਫੈਕਟਰ ਹੈ ਜੀ ਉਹਨੂੰ 0 ਦੇ ਬਰਾਬਰ ਰੱਖ ਲਿਆ ਕਰੋ। ਠੀਕ ਹੈ, ਸੋ x ਦੇ ਨਾਲ ਜੋ ਵੀ ਲੱਗਿਆ ਹੁੰਦਾ, ਮੈਂ ਤੁਹਾਨੂੰ ਸਮਝਾਇਆ ਸੀ ਸਮੀਕਰਨ ਦੇ ਵਿੱਚ, ਉਹ ਦੁਸ਼ਮਣ ਹੈ x ਦਾ। ਸੋ x ਬਰਾਬਰ 0, ਜੋ -1 ਖੱਬੇ ਪਾਸੇ ਹੈ ਜਦੋਂ ਸੱਜੇ ਪਾਸੇ ਜਾਊਗਾ ਉਹ ਜੋੜ ਦਾ ਹੋ ਜਾਊਗਾ। ਸੋ 0 ਦੇ ਵਿੱਚ 1 ਜੋੜ ਦੋਗੇ ਤਾਂ ਕਿੰਨਾ ਆਊਗਾ 1। x ਦਾ ਮੁੱਲ ਤੁਹਾਡੇ ਕੋਲ ਕਿੰਨਾ ਆ ਗਿਆ, 1 ਆ ਗਿਆ। ਠੀਕ ਹੈ, ਜਦੋਂ x ਦਾ ਮੁੱਲ 1 ਆ ਗਿਆ ਤਾਂ ਇੱਥੇ ਦੇਖੋ ਫੈਕਟਰ ਥਿਊਰਮ ਵਗੈਰਾ ਲੱਗੂਗੀ। ਮੈਂ ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਊਂਗਾ ਕਿਉਂਕਿ ਮੇਬੀ ਤੁਹਾਨੂੰ ਉਹਦੀ ਇੰਨੀ ਕੋਈ ਲੋੜ ਵੀ ਨਹੀਂ ਹੈਗੀ। ਸੋ ਡਾਇਰੈਕਟ ਹੀ ਸਮਝ ਲਓ, ਜਦੋਂ x ਦਾ ਮੁੱਲ 1 ਆ ਗਿਆ ਤਾਂ ਇਹਦਾ ਮਤਲਬ ਫੈਕਟਰ ਥਿਊਰਮ ਦੇ ਮੁਤਾਬਕ ਤਾਂ p, ਜਿੱਥੇ ਮੈਂ ਇੱਥੇ x ਲਿਖਿਆ ਨਾ p1, ਉੱਥੇ p1 ਲਿਖ ਲਾਂਗੇ। ਸੋ ਸਿਮਿਲਰਲੀ ਉਹਦੇ ਅਕੋਰਡਿੰਗ ਇਹ ਵਾਲਾ ਜੀ 0 ਦੇ ਬਰਾਬਰ ਹੋ ਜਾਂਦਾ ਹੈਗਾ। ਠੀਕ ਹੈ, p1 ਲਿਖ ਕੇ 0 ਲਿਖ ਲਓ। ਸਿਮਿਲਰਲੀ ਜੋ ਆਹ ਵਾਲੀ ਚੀਜ਼ ਮੇਨ ਹੈ, ਕਿਉਂਕਿ ਇੱਥੋਂ ਹੀ ਆਪਣੇ ਕੋਲ k ਦਾ ਮੁੱਲ ਨਿਕਲੂਗਾ। ਸੋ ਸੈਕੰਡ ਟਰਮ ਤੁਸੀਂ ਲਿਖੋ ਇੱਥੇ k x ਦੀ ਘਾਤ 2 ਘਟਾਓ 3x। ਠੀਕ ਹੈ, ਕਿਉਂਕਿ ਆਲਰੇਡੀ ਇਹ ਕਲਾਸ ਕਾਫੀ ਲੰਬੀ ਹੋ ਚੁੱਕੀ ਹੈ ਮੇਰੇ ਖਿਆਲ ਨਾਲ, ਕਿਉਂਕਿ ਜ਼ਿਆਦਾ ਸੁਣਨਾ ਵੀ ਬੜਾ ਮੁਸ਼ਕਿਲ ਹੈਗਾ। ਸੋ ਇੱਥੇ ਮੈਂ ਥੋੜਾ ਸ਼ਾਰਟਕਟ ਹੀ ਤੁਹਾਨੂੰ ਦੱਸੂਗਾ। ਸੋ ਇਸ ਕੇਸ ਦੇ ਵਿੱਚ ਇਹਨੂੰ ਵੀ ਤੁਸੀਂ ਕਾਦੇ ਬਰਾਬਰ ਰੱਖ ਲਓ, ਇਹਦੇ ਵਿੱਚ x ਦਾ ਮੁੱਲ 0, x ਦਾ ਮੁੱਲ 1 ਭਰ ਕੇ ਇਹਨੂੰ ਵੀ ਤੁਸੀਂ 0 ਦੇ ਬਰਾਬਰ ਰੱਖ ਲਓ। ਸੋ ਦੇਖੋ k ਜਿੱਥੇ x ਸੀ ਉੱਥੇ ਮੈਂ 1 ਪਾਤਾ, 1 ਦੀ ਘਾਤ 2 ਘਟਾਓ 3, ਜਿੱਥੇ x ਸੀ ਜੀ ਉੱਥੇ ਮੈਂ ਫਿਰ 1 ਪਾਤਾ, ਜੋੜ k ਬਰਾਬਰ 0। ਠੀਕ ਹੈ, ਇਸ ਤਰੀਕੇ ਨਾਲ ਫੈਕਟਰ ਥਿਊਰਮ ਇੱਥੇ ਅਪਲਾਈ ਹੁੰਦੀ ਹੈ। ਸੋ ਤੁਸੀਂ ਤਾਂ ਬਸ ਇੰਨੀ ਯਾਦ ਰੱਖਣਾ ਕਿ ਜੋ ਵੀ ਫੈਕਟਰ ਦਿੱਤਾ ਉੱਥੋਂ ਜਿਹੜਾ ਹੈਗਾ ਉਹਨੂੰ 0 ਦੇ ਬਰਾਬਰ ਰੱਖ ਕੇ x ਦਾ ਮੁੱਲ ਕੱਢ ਲਓ। ਉਸ ਤੋਂ ਬਾਅਦ ਆਹ ਲਈ ਇਹਨੂੰ ਸਮੀਕਰਨ ਮੰਨ ਲਓ। ਠੀਕ ਹੈ, 0 ਦੇ ਬਰਾਬਰ ਰੱਖ ਕੇ ਤੇ ਇਹਦੇ ਵਿੱਚ x ਦਾ ਮੁੱਲ ਭਰ ਦਿਓ ਤੇ ਦੂਜੇ ਦਾ ਮੁੱਲ ਆ ਜਾਊਗਾ। ਡਾਇਰੈਕਟ ਸਮਝੋ ਇਹਨੂੰ। ਸੋ ਦੇਖੋ 1 ਦੀ ਘਾਤ 2 ਹੈ, 1 ਦੀ ਘਾਤ 2 1 ਹੀ ਆਊਗਾ, ਤੇ 1 ਨੂੰ ਆਪਾਂ ਕਿਸੇ ਵੀ ਅੰਕ ਨਾਲ ਗੁਣਾ ਕਰਾਂਗੇ ਤਾਂ ਉਹੀ ਅੰਕ ਖੁਦ ਰਹਿ ਜਾਂਦਾ। ਸੋ ਇੱਥੇ ਇਕੱਲਾ k ਰਹਿ ਗਿਆ, ਇੱਥੇ 3 ਨੂੰ 1 ਨਾਲ ਗੁਣਾ ਕਰਾਂਗੇ 3 ਰਹਿ ਗਿਆ, ਜੋੜ k ਬਰਾਬਰ 0। ਠੀਕ ਹੈ, ਸਿੰਪਲ ਜਿਹਾ ਕੰਮ ਹੈ ਜੀ। ਉਸ ਤੋਂ ਬਾਅਦ k ਪਹਿਲਾਂ ਵੀ ਜੋੜਦਾ k ਹੈ, ਆ ਵੀ ਜੋੜਦੀ ਹੈ, ਬਾਅਦ ਵਾਲਾ ਵੀ ਜੋੜਦਾ, ਦੋਨਾਂ ਨੂੰ ਜੋੜ ਦਿਓ 2k। ਠੀਕ ਹੈ, 2k ਘਟਾਓ 3 ਬਰਾਬਰ 0। ਸੋ ਇੰਨਾ ਕਰਨ ਤੋਂ ਬਾਅਦ ਆਪਾਂ ਕੰਮ ਇੱਥੇ ਕਰਦੇ ਹਾਂ। ਹੁਣ ਦੇਖੋ ਧਿਆਨ ਨਾਲ, ਮੈਂ k ਦਾ ਮੁੱਲ ਕੱਢਣਾ ਨਾ, ਤਾਂ k ਦੇ ਨਾਲ 2 ਵੀ ਲੱਗਿਆ ਤੇ 3 ਵੀ ਲੱਗਿਆ, ਦੋਨੇ k ਦੇ ਦੁਸ਼ਮਣ ਨੇ, ਇਦਾਂ ਸਮਝੋ। ਤਾਂ ਜਿਹੜਾ 3 ਹੈ ਉਹਨੂੰ ਪਹਿਲਾਂ ਸਮੀਕਰਨ ਦੇ ਸੱਜੇ ਪਾਸੇ ਲੈ ਜਾਓ। ਸੋ ਸਮੀਕਰਨ ਦੇ ਸੱਜੇ ਪਾਸੇ 0 ਸੀ ਜਾਂ ਕੁਝ ਵੀ ਨਹੀਂ ਸੀ, ਇਦਾਂ ਮੰਨੋ। ਤਾਂ ਜਦੋਂ ਤੁਸੀਂ 3 ਨੂੰ ਉਧਰ ਲਾਓਗੇ ਤਾਂ ਉਹ ਜੋੜਦਾ ਹੋ ਜਾਊਗਾ। ਠੀਕ ਹੈ, ਸੋ 0 ਦੇ ਵਿੱਚ 3 ਜੋੜੋਗੇ ਤਾਂ 3 ਆ ਗਿਆ ਜੀ। ਸੋ ਉਸ ਤੋਂ ਬਾਅਦ ਹੁਣ ਆਪਾਂ k ਦਾ ਮੁੱਲ ਕੱਢਣਾ, ਤਾਂ k ਨੂੰ ਕੱਲਾ ਰੱਖ ਲਓ। ਸਮੀਕਰਨ ਦੇ ਸੱਜੇ ਪਾਸੇ 3 ਪਹਿਲਾਂ ਹੀ ਪਿਆ, ਜੋ k ਦੇ ਨਾਲ ਲੱਗਿਆ ਸੀ 2, ਜੋ ਕਿ ਉੱਪਰ ਸੀ, ਗੁਣਾ ਦੇ ਵਿੱਚ ਸੀ k ਦੇ ਨਾਲ, ਉਹ ਦੂਜੇ ਪਾਸੇ ਜਾ ਕੇ ਭਾਗ ਹੋ ਗਿਆ। ਸੋ k ਦਾ ਮੁੱਲ ਆ ਗਿਆ ਜੀ 3/2। ਸੋ ਦਾ ਆਪਸ਼ਨ C ਇਜ਼ ਦਾ ਰਾਈਟ ਆਂਸਰ। ਸੋ ਦੇਖੋ ਪੇਪਰ ਦਾ ਲੈਵਲ ਕਿਸ ਹੱਦ ਤੱਕ ਹੈ। ਠੀਕ ਹੈ, ਐਂਡ ਤੁਹਾਨੂੰ ਵੀ ਮੇਰੇ ਅਕੋਰਡਿੰਗ, ਕਿਉਂਕਿ ਪੇਪਰ ਦਾ ਰਿਜ਼ਲਟ ਬਹੁਤ ਥੋੜਾ ਹੀ ਰਹੂਗਾ ਜਿੱਥੋਂ ਤੱਕ ਮੈਨੂੰ ਲੱਗਦਾ, ਇਸ ਤਰ੍ਹਾਂ ਦਾ ਹੀ ਪੇਪਰ ਆਪਾਂ ਨੂੰ ਹੁਣ ਵੀ ਦੇਖਣ ਨੂੰ ਮਿਲੂਗਾ। ਜ਼ਿਆਦਾ ਸੌਖੇ ਦੀ ਉਮੀਦ ਨਾ ਰੱਖੋ, ਮੇਰੇ ਖਿਆਲ ਨਾਲ ਇਹੀ ਲੈਵਲ ਰਹਿਣ ਵਾਲਾ ਆਪਣਾ। ਸੋ EVS ਦਾ ਲੈਵਲ ਵੀ ਬਹੁਤ ਟਫ ਸੀਗਾ ਪਿਛਲੀ ਵਾਰ। ਸਿਮਿਲਰਲੀ ਜਿਹੜਾ ਹੈਗਾ ਆਪਣਾ ਮੈਥਮੈਟਿਕਸ, ਇਹਦਾ ਵੀ ਲੈਵਲ ਕਾਫੀ ਡਿਫਿਕਲਟ ਸੀਗਾ। ਸੋ ਦੋਨਾਂ ਨੂੰ ਆਪਾਂ ਲੈਵਲ ਦੇ ਅਕੋਰਡਿੰਗ, ਜੋ ਟਫੈਸਟ ਲੈਵਲ ਹੈ ਜੀ ਉਹਦੇ ਅਕੋਰਡਿੰਗ ਹੀ ਮੈਂ ਤੁਹਾਨੂੰ ਇੱਥੇ ਕਲਾਸਿਸ ਪ੍ਰੋਵਾਈਡ ਕਰ ਰਿਹਾ, ਬਿਲਕੁਲ ਫ੍ਰੀ ਆਫ ਕਾਸਟ। ਸੋ ਹੋਪਫੁਲੀ ਜ਼ਿਆਦਾ ਡਿਟੇਲ ਚ ਅੱਗੇ ਨਹੀਂ ਜਾਵਾਂਗੇ, ਤੁਹਾਨੂੰ ਕਲਾਸ ਵਧੀਆ ਲੱਗੀ ਹੋਊਗੀ। ਸੋ ਦੈਟਸ ਆਲ ਫॉर ਟੁਡੇ। ਸੋ ਥੈਂਕ ਯੂ ਜੀ, ਥੈਂਕ ਯੂ ਸੋ ਮਚ ਫॉर ਵਾਚਿੰਗ।